ਸੋ ਸਤਿਗੁਰ ਮਾਹੇ ਸਮਾਨਾ, ਇਹ ਬਾਣੀ ਜੋ ਜੀਉ ਜਾਣੈ, ਤਿਸ ਅੰਤਰ ਰਵੈ ਹਰਿ ਨਾਮਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਸੁਣਿਐ ਸਤ ਸੰਤੋਖ ਗਿਆਨ, ਸੁਣਿਐ ਆਠ ਸਠ ਕਾ ਇਸ਼ਨਾਨ, ਸੁਣਿਐ ਪੜ ਪੜ ਪਾਵੈ ਮਾਨ, ਸੁਣਿਐ ਲਾਗੈ ਸਹਿਜ ਧਿਆਨ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਦੀ ਬਾਣੀ ਦੀ ਇਹ 10ਵੀਂ ਪੌੜੀ ਹੈ, ਜਿਸ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਦੀ ਵਿਚਾਰ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਰਜਿੰਦਰ ਸਿੰਘ ਜੀ, ਹੈਡ ਗ੍ਰੰਥੀ ਗੁਰਦੁਆਰਾ ਮੋਤੀ ਬਾਗ ਸਾਹਿਬ, ਆਪ ਜੀ ਨੂੰ ਸਰਵਣ ਕਰਵਾਉਣਗੇ। ਸਤਿਗੁਰਾਂ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਇਹਨਾਂ ਤੋਂ ਰਿਕਾਰਡਿੰਗ ਵੀ ਕਰਵਾਇਆ ਹੈ। ਸੋ ਜਪਜੀ ਸਾਹਿਬ ਜੀ ਦੀ ਬਾਣੀ ਦੀ
ਸਿੱਖ ਧਰਮ ਵਿੱਚ ਬਹੁਤ ਵੱਡੀ ਮਹਾਨਤਾ ਹੈ। ਜੇ ਸਾਡਾ ਜਨਮ ਹੁੰਦਾ ਹੈ ਤਾਂ ਨਾਮ ਦੀ ਗੁੜਤੀ ਵਾਸਤੇ ਜਪਜੀ ਦਾ ਪਾਠ ਕੀਤਾ ਜਾਂਦਾ ਹੈ। ਜੇ ਸਾਡੀ ਮੌਤ ਹੁੰਦੀ ਹੈ, ਚਿਖਾ ਚਿਣਨ ਲੱਗਿਆਂ ਜਪਜੀ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ। ਜੇ ਅਸੀਂ ਅੰਮ੍ਰਿਤ ਛਕਣਾ ਹੁੰਦਾ ਹੈ ਤਾਂ ਪਹਿਲੀ ਬਾਣੀ ਜਪਜੀ ਸਾਹਿਬ ਪੜ੍ਹੀ ਜਾਂਦੀ ਹੈ। ਜਿਹੜੇ ਸਿੱਖ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣੀ ਹੋਵੇ, ਉਹਦੇ ਰੋਜ਼ ਦੀ ਨਿਤਨੇਮ ਦੀ ਪਹਿਲੀ ਬਾਣੀ ਜਪਜੀ ਸਾਹਿਬ ਹੈ। ਸੋ ਇਸ ਦੇ ਅਰਥਾਂ ਨੂੰ ਬਹੁਤ ਧਿਆਨ ਨਾਲ ਸਾਨੂੰ ਦ੍ਰਿੜ ਕਰਨਾ ਚਾਹੀਦਾ ਹੈ। ਅੱਜ ਬਹੁਤ ਪਵਿੱਤਰ ਪਾਵਨ ਗੁਰਪੁਰਬ ਹੈ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ। ਆਪ ਸਾਰੀਆਂ ਸੰਗਤਾਂ ਨੂੰ ਲੱਖ 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 ਵਧਾਈਆਂ। ਅੱਜ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ 10:30 ਵਜੇ ਤੱਕ ਇਸੇ ਹੀ ਅਸਥਾਨ ਤੇ ਪਾਵਨ ਗੁਰਪੁਰਬ ਮਨਾਇਆ ਜਾਵੇਗਾ। ਆਪ ਜੀ ਜ਼ਰੂਰ ਹਾਜ਼ਰੀਆਂ ਭਰੋ। ਅੱਜ ਅੰਮ੍ਰਿਤ ਸੰਚਾਰ 11 ਵਜੇ ਹੋਣਾ ਹੈ। ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੋਵੇ ਉਹ ਸਮੇਂ ਨਾਲ ਕੇਸੀ ਇਸ਼ਨਾਨ ਕਰਕੇ ਪਹੁੰਚੋ, ਗੁਰੂ ਵਾਲੇ ਬਣੋ। ਗੁਰੂ ਘਰ ਦੀ ਸੇਵਾ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾਹ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹੌਸਪਿਟਲ ਵਾਸਤੇ ਬੈੱਡ ਤੋਂ ਲੈ ਕੇ ਵੈਂਟੀਲੇਟਰ ਤੱਕ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਸਾਚੇ ਮੇਲ ਮਲਾਏ ਦੇ ਨਾਂ ਤੇ ਗੁਰਬਾਣੀ ਵਿਰਸਾ ਸੰਭਾਲ ਸੰਸਥਾ ਵੱਲੋਂ 3 ਰੋਜ਼ਾ ਜੋ ਸਮਾਗਮ ਰਕਾਬਗੰਜ ਸਾਹਿਬ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਅੰਦਰ ਹੋ ਰਿਹਾ ਹੈ। ਆਪ ਜੀ ਜ਼ਰੂਰ ਹਾਜ਼ਰੀਆਂ ਭਰੋ। ਵਲੰਟੀਅਰ ਸੇਵਾ ਦੇ ਵਿੱਚ ਵੀ ਆਪਣੇ ਆਪ ਨੂੰ ਜ਼ਰੂਰ ਸ਼ਾਮਲ ਕਰੋ। ਹਫ਼ਤੇ ਵਿੱਚ 1 ਦਿਨ ਸੇਵਾ ਕਰਨੀ ਲਾਜ਼ਮੀ ਹੈ। ਆਧਾਰ ਕਾਰਡ ਦੀ ਕਾਪੀ ਦੇ ਕੇ ਆਪ ਜੀ ਵਲੰਟੀਅਰ ਕਾਰਡ ਬਣਵਾ ਸਕਦੇ ਹੋ। ਅਗਲੇ ਸਮੇਂ ਦੀ ਗੁਰਬਾਣੀ ਵਿਚਾਰ ਸਰਵਣ ਕਰੀਏ। ਪਾਵਨ ਗੁਰਪੁਰਬ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਲੱਖ 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 ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ, ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ, ਅਮਰਦਾਸ ਗੁਣ, ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ। ਤੇਰੀ ਉਪਮਾ ਤੋਹਿ ਬਣ ਆਵੈ, 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 ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ। ਨਾਰਾਇਣ ਨਰਪਤ ਨਮਸਕਾਰੇ, ਨਾਰਾਇਣ ਨਰਪਤ ਨਮਸਕਾਰੇ,
ऐसे गुर को बल बल जाइए, ऐसे गुर को बल बल जाइए। आप मुकत मोहि तारे, आप मुकत मोहि तारे। ऐसे गुर को बल बल जाइए, ऐसे गुर को बल बल जाइए। आप मुकत मोहि तारे, आप मुकत मोहि तारे। गुरु अमरदास दीन दुनिया दे मालक, निमाणियां दे माण, निताणियां दे ताण, नियोटियां दी ओट, निआसरियां दे आसरे, निगत्तियां दी गत, निपत्तियां दी पत, निधिरियां दी धिर। ऐसियां बेअंत बख्शिशां दे मालक सतगुरु धन गुरु अमरदास गरीब नवाज पातशाह जी का अज महान प्रकाश पुरब सिख पंथ ते समूह नानक नाम लेवा संगतां मना रही ने। सब तो पहला सारिया संगतां नूं देशां विदेशां विच गुर शब्द नाल जुड़ियां तिन्हां नूं लख लख वधाइयां ने। कनहर बूंद बसो रोमावल, कुसम बसंत गनंत न आवे। रब सस किरण उदर सागर को, गंग तरंग अंत को पावै। रुद्र ज्ञान ध्यान सतगुर के, कब जन भल उन्हें जो गावै। भले अमरदास गुण तेरे, तेरी उपमा तोहे बन आवै। भट्टां ने सतगुरां दी उपमा दे विच बाणी उचारण कीती है। कहते ने गुरु अमरदास महाराज जी की उपमा दे लखायक गुरु अमरदास जी ही हैं। कोई ऐसी उन्हां दे बराबर दी शख्सियत नहीं है जिहदे नाल उन्हां दी वडियाई कीती जा सके, तुलना कीती जा सके। जिस तरह कहते ने बदल दे विच बरखा दियां किन्नियां बूंदां ने, बसंत रुत दे विच खिड़े होए फुल किन्ने ने, गिणती नहीं कोई कर सकता। कुसम बसंत गनंत ना आवे, अनेक होंदे ने। कहंदे इसे तरह ही सूरज दियां किरणां किन्नियां ने, कोई गिण सकता है। रुद्र ज्ञान ध्यान सतगुर के, कब जन भल उन्हें जो गावे। ना सूरज दियां किरणां, ना बसंत रुत विच किन्ने फुल खिड़े हन, ते ना ही बरखा दियां बूंदां ते गंगा दियां किन्नियां लहरां ने, ये कोई गिण नहीं सकता। पर कहंदे भट्ट जी कि जे कोई सतगुरु की किरपा दे नाल हो सकता है कि रुद्र की तरह ध्यान ला करके, रुद्र ज्ञान ध्यान सतगुर के, कब जन भल उन्हें जो गावे। इन्हां दी गिणती कर सके कोई, पर हे गुरु अमरदास महाराज, हे सतगुरु, तुहाडे गुणां दी कोई गिणती नहीं कर सकता। तुहाडी सिफतां क्या सालाही सच्चे पातशाह, जा तू सुगड़ सुजान। तू ऐसा सुगड़ सुजान है हे सच्चे पातशाह, मैं तेरी की सलाह कर सकता हाँ, तेरी की सिफत कर सकता हाँ। सत्ता बलवंड जी गुरु के महान बाणीकार कीर्तनियां ने बाणी दे विच पियो दादे जेवहा पोता परवान ये शब्द लिखे ने। कहते जिस तरह प्यो सी ना, प्यो गुरु अमरदास गुरु नानक साहिब महाराज जी नूं कहा पियो दादे जेवहा पोता परवान, ते अपने आप नूं
ਸੱਤਾ ਬਲਵੰਡ ਜੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪੋਤਾ ਆਖਦੇ ਨੇ, ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਪਿਤਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਦਾਦਾ ਕਹਿੰਦੇ ਨੇ। ਕਹਿੰਦੇ ਜਿੱਦਾਂ ਦਾਦਾ ਤੇ ਜਿਵੇਂ ਪਿਤਾ ਪ੍ਰਵਾਨ ਸੀ, ਉੱਦਾਂ ਹੀ ਗੁਰੂ ਅਮਰਦਾਸ ਪੀਓ ਦਾਦੇ ਜੇ ਵਿਹਾ ਪੋਤਾ ਪ੍ਰਵਾਨ, ਉਹ ਵੀ ਪ੍ਰਵਾਨ ਹੋਏ। ਤੋ ਅੱਜ ਉਸ ਸਤਿਗੁਰੂ ਦਾ ਮਹਾਨ ਪ੍ਰਕਾਸ਼ ਪੁਰਬ ਹੈ। ਬਾਸਰ ਕੇ ਦੀ ਧਰਤੀ ਦੇ ਉੱਪਰ ਸਾਹਿਬਾਂ ਨੇ ਪ੍ਰਕਾਸ਼ ਧਾਰਨ ਕੀਤਾ। ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ, ਆਪ ਤਰਿਆ ਜਿਨ੍ਹਾਂ ਡਿਠਾ ਤਿਨਾਂ ਲਏ ਛਡਾਏ। ਉਹ ਧਰਤੀ ਧੰਨ ਹੈ, ਬਾਸਰਕੇ ਦੀ ਪਾਵਨ ਧਰਤੀ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾਂ। ਗੁਰਸਿੱਖ ਉਸ ਥਾਨ ਨੂੰ ਭਾਲ ਲੈਂਦੇ ਨੇ ਜਿੱਥੇ ਸਤਿਗੁਰੂ ਦੇ ਚਰਨ ਪੈਂਦੇ ਨੇ। ਉਹ ਪੂਜਣ ਯੋਗ ਹੈ। ਉਹ ਸਿੱਖ ਦੇ ਲਈ ਸ਼ਰਧਾ ਭਾਵਨਾ ਦੇ ਨਾਲ ਨਤਮਸਤਕ ਹੋਣ ਯੋਗ ਜਗ੍ਹਾ ਹੈ, ਥਾਂ ਹੈ, ਪਵਿੱਤਰ ਹੈ, ਜਿੱਥੇ ਸਤਿਗੁਰੂ ਨੇ ਆਪਣੇ ਚਰਨ ਪਾਏ ਨੇ, ਜਿੱਥੇ ਸਤਿਗੁਰਾਂ ਨੇ ਗਿਆਨ ਬਖਸ਼ਿਆ ਹੈ, ਜਿੱਥੇ ਸਤਿਗੁਰਾਂ ਨੇ ਇਤਿਹਾਸ ਸਿਰਜਿਆ ਹੈ। ਉਹ ਬਾਸਰਕੇ ਦੀ ਧਰਤੀ ਦੇ ਉੱਪਰ ਸਤਿਗੁਰੂ ਮਹਾਰਾਜ ਜੀ ਨੇ ਧੰਨ ਧੰਨ ਪਿਤਾ ਤਿੰਨ ਧੰਨ ਜਣੇਂਦੀ ਮਾਓ, ਆਏ ਸਫਲ ਸੇ। ਉਹ ਪਿਤਾ ਬਾਬਾ ਤੇਜਭਾਨ ਮਹਾਰਾਜ ਜੀ ਦੇ ਗ੍ਰਹਿ ਵਿਖੇ ਮਾਤਾ ਸੁਲੱਖਣੀ ਜੀ, ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ। ਮਾਤਾ ਸੁਲੱਖਣੀ ਜੀ ਜਿਨ ਗੁਰੂ ਜਣਿਆ ਮਾਏ, ਜਿਨ੍ਹਾਂ ਨੇ ਸਤਿਗੁਰਾਂ ਨੂੰ ਜਨਮ ਦਿੱਤਾ। ਤੇ ਗੁਰੂ ਆਪ ਤਾਂ ਧੰਤਾ ਯੋਗ ਹੈ ਹੀ, ਜਿਹੜਾ ਆਪ ਵਾਹਿਗੁਰੂ ਦਾ ਆਰਾਧਨ ਕਰਨ ਵਾਲਾ ਤੇ ਲੋਕਾਈ ਨੂੰ ਉਸ ਪਰਮ ਪਿਤਾ ਦੇ ਨਾਲ ਜੋੜਨ ਵਾਲਾ ਹੈ। ਉਹਨਾਂ ਦਾ ਜੀਵਨ ਸਾਡੇ ਵਾਸਤੇ ਬਾਣੀ ਦੇ ਵਿੱਚ ਇੱਕ ਬਚਨ ਲਿਖਿਆ ਹੈ, ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਬਾਬਿਆਂ ਦੀਆਂ ਕਹਾਣੀਆਂ ਕਥਾਵਾਂ ਪੁੱਤਰਾਂ ਤੋਂ ਸਪੁੱਤਰ ਬਣਾ ਦਿੰਦੀਆਂ ਨੇ। ਇਸ ਕਰਕੇ ਇਹਨਾਂ ਕਹਾਣੀਆਂ ਨੂੰ, ਇਸ ਇਤਿਹਾਸ ਨੂੰ ਆਪਣੇ ਸਤਿਗੁਰਾਂ ਦੇ, ਆਪਣੇ ਵਡਿੱਕਿਆਂ ਦੇ, ਆਪਣੇ ਬਜ਼ੁਰਗਾਂ ਦੇ ਇਤਿਹਾਸ ਨੂੰ ਪੜ੍ਹਾਂਗੇ, ਸੁਣਾਂਗੇ, ਵਿਚਾਰਾਂਗੇ। ਸਾਡੇ ਜੀਵਨ ਦੇ ਵਿੱਚ ਤਰੱਕੀ ਹੋਵੇਗੀ, ਸਾਡੇ ਜੀਵਨ ਦੇ ਵਿੱਚ ਤਬਦੀਲੀ ਆਵੇਗੀ। ਜਿਸ ਤਰ੍ਹਾਂ ਉਹਨਾਂ ਨੇ ਆਪਣਾ ਜੀਵਨ ਜੀਵਿਆ ਤੇ ਸਾਡੇ ਲਈ ਮਹਾਨ ਪ੍ਰੇਰਣਾ ਸਰੋਤ ਬਣੇ, ਸਾਡਾ ਜੀਵਨ ਵੀ ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਕੇ, ਦੱਸੇ ਹੋਏ ਰਾਹ ਮਾਰਗ 'ਤੇ ਚੱਲ ਕਰਕੇ ਸਫਲ ਹੋ ਜਾਵੇਗਾ। ਇੱਕ ਸਵਈਆ ਹੈ ਜਿਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ, ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਚਰਨ ਸ਼ਰਨ ਦੇ ਵਿੱਚ ਆਏ। ਕਾਫੀ ਲੰਬਾ ਸਮਾਂ ਜਿਹੜਾ ਸੀ, ਲਗਭਗ 40 ਸਾਲਾਂ ਦੇ ਦਹਾਕੇ ਦੇ ਵਿੱਚ ਉਹ ਗੰਗਾ ਦੇ ਇਸ਼ਨਾਨ, ਤੀਰਥ ਇਸ਼ਨਾਨ ਇਤਿਆਦਿਕ ਕਰਮ ਕਾਂਡਾਂ ਵੱਲ ਚੱਲੇ ਸਨ। ਹੈਨ ਸੱਚ ਦੇ ਮੁਤਲਾਸ਼ੀ, ਪਰ ਆਲਾ ਦੁਆਲਾ ਜਿਸ ਤਰ੍ਹਾਂ ਦਾ ਸੀ ਉਸ ਮੁਤਾਬਕ ਚੱਲੇ। ਸੱਚ ਦੀ ਖੋਜ ਦੇ ਵਿੱਚ ਭਾਈ ਗੁਰਦਾਸ ਜੀ ਨੇ ਲਿਖਿਆ ਆਪਣੀਆਂ ਵਾਰਾਂ ਦੇ ਵਿੱਚ ਕਿ ਜਿਵੇਂ ਕੋਈ ਰੋਗੀ ਹੋਵੇ ਤੇ ਉਹ ਅਨੇਕਾਂ ਵੈਦਾਂ ਨੂੰ ਆਪਣੀ ਬਿਮਾਰੀ ਦੇ ਬਾਰੇ ਪੁੱਛਦਾ ਹੈ, ਅਨੇਕਾਂ ਵੈਦਾਂ ਦੇ ਕੋਲ ਜਾ ਕਰਕੇ ਦਵਾਈ ਵੀ ਲੈਂਦਾ ਹੈ, ਪਰ ਉਹਦੀ ਖੋਜ ਜਿਹੜੀ ਹੈ ਉਸ ਵੈਦ ਦੀ ਹੁੰਦੀ ਏ ਜਿਹੜਾ ਵੈਦ ਉਹਦੀ ਪੂਰੀ ਤਰ੍ਹਾਂ ਦੀ ਨਾਲ ਬਿਮਾਰੀ ਨੂੰ ਕੱਟ ਦੇਵੇ, ਦੂਰ ਕਰ ਦੇਵੇ। ਜਿੰਨੀ ਦੇਰ ਤੱਕ, ਇੱਕ ਹੋਰ ਉਦਾਹਰਣ ਉਹ ਦਿੰਦੇ ਨੇ, ਕੋਈ ਭੁੱਖਾ ਵਿਅਕਤੀ, ਭਿਖਾਰੀ ਵਿਅਕਤੀ ਉਨੀ ਦੇਰ ਤੱਕ ਘਰ ਘਰ ਜਾਂਦਾ ਹੈ, ਉਸ ਘਰ ਦੀ ਉਹਨੂੰ ਤਲਾਸ਼ ਹੁੰਦੀ ਹੈ ਜਿੱਥੋਂ ਪੂਰੀ ਤਰ੍ਹਾਂ ਦੇ ਨਾਲ ਉਹਨੂੰ ਰਜੇਵਾਂ ਖਾਣਾ ਪਦਾਰਥ ਅੰਨ ਮਿਲ ਜਾਵੇ ਤੇ ਉਹਦੀ ਤ੍ਰਿਪਤੀ ਹੋ ਜਾਵੇ। ਕਹਿੰਦੇ ਇੱਕ ਇਸਤਰੀ ਜਿਹਦਾ ਪਤੀ ਘਰ ਨਾ ਹੋਵੇ, ਬਾਹਰ ਗਿਆ ਹੋਵੇ,
ਤੇ ਉਹ ਅਨੇਕਾਂ ਹੀ ਸੌਣ ਸ਼ਗਨ ਵਿਚਾਰਦੀ ਰਹਿੰਦੀ ਹੈ। ਜਿੰਨੀ ਦੇਰ ਤੱਕ ਉਹਦਾ ਪਤੀ ਘਰ ਨਹੀਂ ਆ ਜਾਂਦਾ ਉਹ ਵਿਆਕੁਲ ਹੀ ਰਹਿੰਦੀ ਹੈ। ਕਹਿੰਦੇ ਇਸੇ ਤਰ੍ਹਾਂ ਰੱਬ ਦਾ ਖੋਜੀ, ਸੱਚ ਦਾ ਖੋਜੀ ਵੀ ਜਿਹੜਾ ਹੈ ਖੋਜ ਦੇ ਵਿੱਚ ਲੱਗਿਆ ਰਹਿੰਦਾ ਹੈ। ਜਿੰਨੀ ਦੇਰ ਤੱਕ ਉਹ ਪਰਮਾਤਮਾ ਦੇ ਵਿੱਚ ਸਮਾ ਨਹੀਂ ਜਾਂਦਾ, ਉਹਨੂੰ ਸੱਚ ਦੀ ਪ੍ਰਾਪਤੀ ਨਹੀਂ ਹੋ ਜਾਂਦੀ, ਉਨੀ ਦੇਰ ਤੱਕ ਉਹ ਯਾਤਰਾ ਦੇ ਵਿੱਚ ਹੀ ਰਹਿੰਦਾ ਹੈ। ਸੱਚ ਦੇ ਖੋਜੀ ਸਨ ਬਾਬਾ ਅਮਰਦਾਸ ਜੀ। ਉਹਨਾਂ ਦਾ ਨਿਸ਼ਾਨਾ ਜਿਹੜਾ ਸੀ ਉਸ ਸੱਚੇ ਵਾਹਿਗੁਰੂ ਦੀ ਪ੍ਰਾਪਤੀ ਕਰਨਾ ਸੀ। ਲੇਕਿਨ ਉਹਨਾਂ ਨੇ ਪੁੱਛਿਆ, ਇਹੀ ਦੱਸਿਆ ਹੋਏਗਾ ਉਸ ਵੇਲੇ ਦੇ ਜਿਹੜੇ ਸਿਆਣੇ ਹੋਣਗੇ, ਉਸ ਵੇਲੇ ਦੇ ਆਲੇ ਦੁਆਲੇ ਦੇ ਜਿਹੜੇ ਧਾਰਮਿਕ ਲੋਕ ਹੋਣਗੇ, ਕਿ ਮਨ ਸਾਫ਼ ਕੀਤਿਆਂ ਸੱਚ ਦੀ ਪ੍ਰਾਪਤੀ ਹੁੰਦੀ ਹੈ, ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਤੇ ਪੁੱਛਿਆ ਹੋਏਗਾ ਕਿ ਸੱਚ ਮਨ ਕਿਵੇਂ ਸਾਫ਼ ਹੋਵੇ। ਉਹਨਾਂ ਨੇ ਕਿਹਾ ਹੋਏਗਾ ਕਿ ਮਨ ਤਾਂ ਗੰਗਾ ਨਹਾਉਣ ਦੇ ਨਾਲ ਹੀ ਸਾਫ਼ ਹੁੰਦਾ ਹੈ, ਮਨ ਤਾਂ ਇਸ਼ਨਾਨ ਕਰਨ ਦੇ ਨਾਲ ਸਾਫ਼ ਹੁੰਦਾ ਹੈ। ਇਸ ਕਰਕੇ ਚੱਲ ਪਏ। ਇਤਿਹਾਸ ਕਹਿੰਦਾ ਹੈ ਕਿ ਲਗਭਗ 19-20 ਵਾਰ ਉਹ ਗੰਗਾ ਦੀ ਯਾਤਰਾ, ਹਰਿਦੁਆਰ ਦੀ ਯਾਤਰਾ ਕਰ ਆਏ ਸਨ। ਉਸ ਸਮੇਂ ਦੇ ਜਿਤਨੇ ਵੀ ਕਰਮ ਕਾਂਡ ਸਨ, ਵਰਤ ਇਕਾਦਸ਼ੀਆਂ, ਦੇਵੀ ਦੇਵਤਿਆਂ ਦੀ ਪੂਜਾ, ਮਾਨਤਾ, ਉਹ ਕਰਦੇ ਰਹੇ। ਲੇਕਿਨ ਜੀਵਨ ਦੇ ਵਿੱਚ ਇੱਕ ਐਸਾ ਸਮਾਂ ਆਇਆ, ਉਹ ਅਖੀਰਲਾ ਸਮਾਂ ਸੀ ਜਦੋਂ ਗੰਗਾ ਨਹਾ ਕਰਕੇ ਆ ਰਹੇ ਸਨ ਤੇ ਰਸਤੇ ਦੇ ਵਿੱਚ ਇੱਕ ਬ੍ਰਹਮਚਾਰੀ ਉਹਨਾਂ ਦੇ ਨਾਲ ਮਿਲਿਆ। ਘਰ ਆ ਗਏ, ਜਲ ਪਾਣੀ ਦੇ ਨਾਲ ਸੇਵਾ ਕੀਤੀ। ਰਾਤ ਦਾ ਸਮਾਂ ਸੀ। ਛੱਤ ਦੇ ਉੱਪਰ ਆਪਣੇ ਬਿਸਤਰੇ ਲਗਾ ਲਏ, ਮੰਜੇ ਡਾਹ ਲਏ, ਉੱਪਰ ਲੇਟੇ ਹੋਏ ਸਨ, ਗੱਲਾਂ ਬਾਤਾਂ ਕਰ ਰਹੇ ਸਨ। ਉਸ ਬ੍ਰਹਮਚਾਰੀ ਸਾਧੂ ਨੇ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ? ਉਹ ਚੁੱਪ ਰਹੇ। 1 ਵਾਰ, 2 ਵਾਰ, 3 ਵਾਰ ਪੁੱਛਿਆ। ਅਖੀਰ ਜਵਾਬ ਦੇਣਾ ਪਿਆ ਕਿ ਮੇਰਾ ਤਾਂ ਗੁਰੂ ਕੋਈ ਨਹੀਂ ਹੈ, ਮੈਂ ਅਜੇ ਤੱਕ ਗੁਰੂ ਧਾਰਨ ਨਹੀਂ ਕੀਤਾ। ਇਤਿਹਾਸ ਕਹਿੰਦਾ ਹੈ ਜਦੋਂ ਇਹ ਬਚਨ ਸੁਣੇ ਨਾ, ਤੇ ਉਹ ਬ੍ਰਹਮਚਾਰੀ ਜਿਹੜਾ ਸੀ ਉਹ ਬੜਾ ਕ੍ਰੋਧ ਦੇ ਵਿੱਚ, ਗੁੱਸੇ ਦੇ ਵਿੱਚ ਆ ਕਰਕੇ ਕਹਿਣ ਲੱਗਾ, ਨਿਗੁਰੇ ਕੇ ਸੰਗ ਜਨਮ ਗਿਓ। ਇਤਿਹਾਸ ਕਹਿੰਦਾ ਹੈ ਕਿ ਨਿਗੁਰੇ ਦਾ ਸੰਗ ਕਰਕੇ ਮੇਰਾ ਵੀ ਜਨਮ ਭ੍ਰਿਸ਼ਟਿਆ ਗਿਆ, ਮੇਰਾ ਵੀ ਧਰਮ ਜਿਹੜਾ ਹੈ ਉਹ ਚਲਾ ਗਿਆ, ਮੇਰਾ ਵੀ ਜੋ ਕੁਝ ਮੈਂ ਕਮਾਇਆ ਸੀ ਉਹ ਵਿਅਰਥ ਚਲਾ ਗਿਆ। ਮਨ ਨੂੰ ਬੜੀ ਗਹਿਰੀ ਸੱਟ ਲੱਗੀ। ਕੋਈ ਬੋਲ ਦੇਵੇ ਇਸ ਤਰ੍ਹਾਂ ਦੇ ਕਿਸੇ ਨੂੰ ਤੇ ਚੰਗਾ ਨਹੀਂ ਲੱਗਦਾ। ਔਰ ਇੰਨੀ ਮਿਹਨਤ ਕੀਤੀ ਹੋਵੇ, ਕਈ ਸਾਲ, 19-20 ਸਾਲ ਜਿਹੜੇ ਨੇ ਜ਼ਿੰਦਗੀ ਦੇ ਉਸ ਕਰਮ ਕਾਂਡ ਦੇ ਉੱਪਰ ਲਗਾ ਦਿੱਤੇ ਹੋਣ, ਗੰਗਾ ਦੇ ਇਸ਼ਨਾਨ, ਤੀਰਥਾਂ ਦੀ ਯਾਤਰਾ, ਵਰਤ ਇਕਾਦਸ਼ੀਆਂ ਰੱਖਣੇ, ਭੁੱਖੇ ਰਹਿਣਾ, ਦੇਵੀ ਦੇਵਤਿਆਂ ਦੀ ਪੂਜਾ, ਮਾਨਤਾ ਕਰਨਾ, ਇਹ ਕਰਮ ਕਰਦਿਆਂ ਇੰਨੇ ਸਾਲ ਲੰਘ ਗਏ ਸਨ। ਤੇ ਜਦੋਂ ਇਹ ਸਾਧੂ ਮਿਲਿਆ, ਕਹਿਣ ਲੱਗਾ ਤੇਰਾ ਸਭ ਕੁਝ ਵਿਅਰਥ ਗਿਆ ਹੈ। ਜੇ ਤੂੰ ਗੁਰੂ ਧਾਰਨ ਨਹੀਂ ਕੀਤਾ ਤੇ ਤੇਰਾ ਸਭ ਵਿਅਰਥ ਹੈ। ਇੰਜ ਲੱਗਿਆ ਜਿਵੇਂ ਸਾਲਾਂ ਦੀ ਕੀਤੀ ਹੋਈ ਮਿਹਨਤ ਦੇ ਉੱਪਰ ਕਿਸੇ ਨੇ ਪਾਣੀ ਫੇਰ ਦਿੱਤਾ ਹੋਵੇ। ਇੱਦਾਂ ਦਾ ਮਹਿਸੂਸ ਹੋਇਆ ਜਿਸ ਤਰ੍ਹਾਂ ਕਿਸੇ ਨੇ ਦੁੱਖ ਦੀ ਰਗ ਦੇ ਉੱਪਰ, ਜ਼ਖਮ ਦੇ ਉੱਪਰ ਹੱਥ ਰੱਖ ਦਿੱਤਾ ਹੋਵੇ। ਵੈਸੇ ਕਿਸੇ ਦੇ ਸਰੀਰ ਤੇ ਹੱਥ ਤੇ ਪੈਰ ਤੇ ਪਿੱਠ ਤੇ ਹੱਥ ਰੱਖ ਦਿਓ, ਕਿਸੇ ਨੂੰ ਤਕਲੀਫ ਨਹੀਂ ਹੁੰਦੀ। ਪਰ ਜੇ ਜ਼ਖਮ ਹੋਵੇ ਜਿਸ ਥਾਂ ਦੇ ਉੱਪਰ, ਉਸ ਜ਼ਖਮ ਦੇ ਉੱਪਰ ਜਾਂ ਕੋਈ ਲੂਣ ਲਗਾ ਦੇਵੇ ਤੇ ਜਾਂ ਹੱਥ ਲਗਾ ਦੇਵੇ ਤੇ ਉਹ ਪੀੜਾ ਦਿੰਦਾ ਹੈ, ਦੁੱਖ ਦਿੰਦਾ ਹੈ। ਜਿਵੇਂ ਕਿਸੇ ਮਜ਼ਦੂਰ ਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀਤੀ ਹੋਈ ਮਜ਼ਦੂਰੀ, ਕੰਮ ਦਾ ਇਵਜ਼ਾਨਾ ਸ਼ਾਮ ਨੂੰ ਉਸ ਨੂੰ ਕੋਈ ਮਾਲਕ ਦੇਵੇ ਨਾ, ਉਹਦੇ ਪੈਸੇ ਨਾ ਦੇਵੇ। ਇੱਕ ਜ਼ਿਮੀਂਦਾਰ ਨੇ ਆਪਣੀ ਫਸਲ ਬੀਜੀ ਹੈ ਤੇ ਉਸ ਬੀਜੀ ਹੋਈ ਫਸਲ 6 ਮਹੀਨੇ ਬਾਅਦ ਜਦੋਂ ਕੱਟਣ ਦਾ ਸਮਾਂ ਆ ਜਾਵੇ, ਜਾਂ ਜਲ ਜਾਵੇ, ਸੜ ਜਾਵੇ, ਕਿਸੇ ਕੁਦਰਤੀ ਕਰੋਪੀ ਦੇ ਨਾਲ ਉਹ ਬਰਬਾਦ ਹੋ ਜਾਵੇ, ਖਤਮ ਹੋ ਜਾਵੇ, ਹੜ੍ਹ ਆ ਜਾਵੇ, ਕੁਛ ਵੀ ਹੋ ਜਾਵੇ, ਜਿਵੇਂ ਉਸ ਨੂੰ ਮਹਿਸੂਸ ਹੁੰਦਾ ਹੈ ਦੁੱਖ, ਤਕਲੀਫ, ਇਸੇ ਤਰ੍ਹਾਂ ਦਾ ਮਹਿਸੂਸ ਹੋਇਆ।
ਇੰਜ ਲੱਗਿਆ ਜਿਵੇਂ ਉਸ ਦਾ ਸਭ ਕੁਝ ਖਤਮ ਹੋ ਗਿਆ ਹੋਵੇ। ਬਾਬਾ ਅਮਰਦਾਸ ਜੀ ਨੂੰ ਮਹਿਸੂਸ ਹੋਇਆ, ਹੇ ਮਨਾ, ਤੂੰ ਇੰਨੇ ਤੀਰਥਾਂ ਦੀ ਯਾਤਰਾ ਕੀਤੀ, ਇਸ਼ਨਾਨ ਕੀਤੇ, ਦੇਵੀ ਦੇਵਤੇ ਮਨਾਏ, ਵਰਤ ਰੱਖੇ, ਇਹਨਾਂ ਦਾ ਕੋਈ ਮਹੱਤਵ ਨਹੀਂ ਸੀ, ਇਹਨਾਂ ਦਾ ਕੋਈ ਅਰਥ ਨਹੀਂ ਸੀ, ਇਹ ਸਭ ਵਿਅਰਥ ਚਲਾ ਗਿਆ। ਕਹਿੰਦੇ ਤੂੰ ਆਪਣਾ ਜਨਮ ਤਾਂ ਵਿਅਰਥ ਗਵਾ ਹੀ ਰਿਹਾ ਹੈ, ਮੇਰਾ ਵੀ ਜਨਮ ਤੇਰਾ ਸੰਗ ਕਰਕੇ ਵਿਅਰਥ ਚਲਾ ਗਿਆ। ਨਿਗੁਰੇ ਕੇ ਸੰਗ ਜਨਮ ਗਿਓ, ਇਹ ਸ਼ਬਦ ਤੁਸੀਂ ਬੜੀ ਵਾਰ ਸੁਣਿਆ ਹੋਵੇਗਾ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਤਿਹਾਸ ਵਾਰਤਾ ਸੁਣਦੇ ਹੋਵੋਗੇ। ਨਿਗੁਰੇ ਦਾ ਸੰਗ ਕਰਕੇ ਮੇਰਾ ਵੀ ਜਨਮ ਚਲਾ ਗਿਆ। ਬਸ ਫਿਰ ਕੀ ਸੀ, ਚੈਨ ਖਤਮ ਹੋ ਗਿਆ, ਨੀਂਦਰਾਂ ਅੱਖਾਂ ਦੀਆਂ ਉੱਡ ਗਈਆਂ। ਸੁੱਖ ਸ਼ਾਂਤੀ ਜਿਹੜੀ ਤਸੱਲੀ ਲੈ ਕਰਕੇ ਬੈਠੇ ਹੋਏ ਸਨ ਕਿ ਮੈਂ ਬਹੁਤ ਧਰਮ ਕਰਮ ਕਰ ਰਹੇ ਹਾਂ, ਮੈਂ ਬੜਾ ਕਰਮ ਕਰ ਲਏ ਨੇ, ਧਾਰਮਿਕ ਕਿਰਿਆਵਾਂ ਕਰਮ ਕਾਂਡ ਕਰ ਲਏ ਨੇ। ਇਸ ਉਮਰ ਦੇ ਵਿੱਚ ਲਗਭਗ 60-70 ਸਾਲ ਦੀ ਉਮਰ ਦੇ ਵਿੱਚ ਜਾ ਕਰਕੇ ਕਹਿੰਦੇ ਨੇ ਬੜਾ ਦੁੱਖ ਤਕਲੀਫ ਮਨ ਨੂੰ ਹੋਈ। ਫਿਰ ਚੈਨ ਨਹੀਂ, ਫਿਰ ਨੀਂਦ ਨਹੀਂ ਆਈ, ਸਾਰੀ ਰਾਤ ਅੱਖਾਂ ਦੇ ਵਿੱਚ ਕੱਢ ਦਿੱਤੀ। ਇੱਕ ਗੱਲ ਯਾਦ ਰੱਖਿਓ, ਜਿਹੜੀ ਬਾਣੀ ਦੀ ਸਿਫਤ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਬਾਣੀ ਉਚਾਰਨ ਕੀਤੀ ਹੈ ਨਾ, 17 ਰਾਗਾਂ ਦੇ ਵਿੱਚ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੀ 17 ਰਾਗਾਂ ਦੇ ਵਿੱਚ 907 ਸ਼ਬਦ ਨੇ, ਤੇ ਇੱਕ ਪੂਰੀ ਆਨੰਦ ਸਾਹਿਬ ਜੀ ਦੀ ਬਾਣੀ ਜਿਹਦੀਆਂ 40 ਪੌੜੀਆਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀਆਂ ਨੇ। ਇੱਕ ਇੱਕ ਪੌੜੀ ਜੀਵਨ ਦੀ ਜੁਗਤ ਸਮਝਾਉਂਦੀ ਹੈ, ਕਿਸ ਤਰ੍ਹਾਂ ਅਕਾਲ ਪੁਰਖ ਨੂੰ ਮਿਲਣਾ ਹੈ। ਕਿਹੜੀਆਂ ਇਹ ਜੁਗਤੀਆਂ ਨੇ, ਇਹ ਉਹ ਪੌੜੀਆਂ ਨੇ ਜਿਹਦੇ ਨਾਲ ਸਤਿਗੁਰੂ ਦੇ ਨੇੜੇ ਜਾਣਾ। ਤੇ ਉਹਦੇ ਵਿੱਚ ਬਾਣੀ ਦੀ ਜਦੋਂ ਗੱਲ ਕਰਦੇ ਨੇ ਨਾ, ਤੇ ਉਹ ਕਹਿੰਦੇ ਨੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ। ਇਹ ਸੱਚੀ ਬਾਣੀ। ਤੇ ਨਾਲ ਇੱਕ ਹੋਰ ਚੇਤਾਵਨੀ ਵੀ ਦਿੱਤੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ, ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਜਿਹੜਾ ਮਰਜੀ ਗ੍ਰੰਥ ਹੋਵੇ, ਜਿਹੜੀ ਮਰਜੀ ਪੁਸਤਕ ਹੋਵੇ, ਯਾਦ ਰੱਖਿਓ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਦੇ ਉੱਪਰ ਕਿਸੇ ਗ੍ਰੰਥ ਨੂੰ ਤੇ ਲਗਾ ਸਕਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕਿਸੇ ਹੋਰ ਗ੍ਰੰਥ ਦੀ ਕਸਵੱਟੀ ਤੇ ਨਹੀਂ ਲਾ ਸਕਦੇ। ਕਸਵੱਟੀ ਗੁਰੂ ਕੀ ਬਾਣੀ ਹੈ। ਗੁਰੂ ਅਮਰਦਾਸ ਮਹਾਰਾਜ ਨੇ ਕਹਿ ਦਿੱਤਾ, ਸਤਿਗੁਰੂ ਤੋਂ ਬਿਨਾ ਹੋਰ ਕੱਚੀ ਹੈ ਬਾਣੀ। ਬਸ ਇਹ ਯਾਦ ਰੱਖਿਓ ਗੁਰੂ ਪਿਆਰਿਓ, ਕਿਸੇ ਭਰਮ ਵਿੱਚ, ਕਿਸੇ ਭਟਕਣਾ ਵਿੱਚ ਨਾ ਜਾਈਏ। ਮਹਾਰਾਜ ਨੇ ਬਾਣੀ ਦੀ ਸਿਫਤ ਕੀਤੀ। ਮੈਂ ਤਾਂ ਕਰਕੇ ਇਹ ਬੇਨਤੀ ਕਰ ਰਿਹਾ ਕਿਉਂਕਿ ਇਸ ਰਾਹ ਦੇ ਉੱਪਰ, ਇਸ ਰਸਤੇ ਦੇ ਉੱਪਰ ਜਦੋਂ ਇਹ ਅਹਿਸਾਸ ਹੋਇਆ ਨਾ ਉਹਨਾਂ ਦੇ ਮਨ ਦੇ ਅੰਦਰ ਕਿ ਸਤਿਗੁਰੂ ਤੋਂ ਬਿਨਾਂ ਜੀਵਨ ਜਿਹੜਾ ਹੈ ਉਹ ਵਿਅਰਥ ਹੈ, ਗੁਰੂ ਤੋਂ ਬਿਨਾਂ ਜ਼ਿੰਦਗੀ ਜਿਹੜੀ ਹੈ ਉਹ ਵਿਅਰਥ ਹੈ। ਤੇ ਗੁਰੂ ਪਿਆਰਿਓ ਉਸ ਵੇਲੇ ਪਤਾ ਉਹਨਾਂ ਦੇ ਡਿੱਗਦੇ ਢਹਿੰਦੇ ਮਨ ਨੂੰ ਤਸੱਲੀ ਕਿਹਨਾਂ ਨੇ ਦਿੱਤੀ? ਸ਼ਬਦ ਨੇ ਦਿੱਤੀ। ਉਸ ਸ਼ਬਦ ਦੀ, ਉਸ ਬਾਣੀ ਦੀ ਵਡਿਆਈ ਜਿਹੜੀ ਕਰਦਿਆਂ ਹੋਇਆਂ ਹਜ਼ੂਰ ਬਚਨ ਕਰ ਰਹੇ ਸਨ। ਬਾਣੀ ਦੇ ਵਿੱਚ ਜਿਹੜਾ ਲਿਖਿਆ ਨਾ, ਉਸ ਬਾਣੀ ਨੇ ਹੀ ਉਹਨਾਂ ਦੇ ਡਿੱਗਦੇ ਢਹਿੰਦੇ ਮਨ ਨੂੰ ਤਸੱਲੀ ਤੇ ਥੰਮੀ ਦਿੱਤੀ। ਜਿਹੜਾ ਮਨ ਜਿਹੜਾ ਸੀ ਉਹ ਬਿਲਕੁਲ ਚੂਰ ਚੂਰ ਹੋ ਚੁੱਕਾ ਸੀ, ਬ੍ਰਹਮਚਾਰੀ ਦੇ ਕਹੇ ਹੋਏ ਸ਼ਬਦਾਂ ਦੇ ਨਾਲ ਅੰਦਰੋਂ ਟੁੱਟ ਚੁੱਕਾ ਸੀ। ਤਾਂ ਮੈਂ ਬੇਨਤੀ ਕਰ ਰਿਹਾ, ਘਰ ਦੇ ਵਿੱਚ ਬੀਬੀ ਅਮਰੋ ਜੀ ਸ਼ਬਦ ਪੜ੍ਹ ਰਹੇ ਸਨ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ, ਤਉ ਗੁਣ ਨਾਹੀ ਅੰਤ ਹਰੇ, ਚਿਤ ਚੇਤਸ ਕੀ ਨਹੀਂ ਬਾਵਰਿਆ,
ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਜਾਲੀ ਰਹਿਣ ਜਾਲ ਦਿਨ ਹੋਵਾ, ਜੇਤੀ ਘੜੀ ਫਾਹੀ ਤੇਤੀ। ਰਸ ਰਸ ਚੋਗ ਚੁਗੈ ਨਿਤ ਫਾਸੇ, ਛੂਟ ਸਮੂੜੇ ਕਵਣ ਗੁਣੀ। ਕਾਇਆ ਅਹਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ। ਕੋਇਲੇ ਪਾਪ ਪੜੇ ਤਿਸ ਭੀਤਰ, ਮਨ ਜਲਿਆ ਸੰਨੀ ਚਿੰਤ ਭਈ। ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ। ਏਕ ਨਾਮ ਅੰਮ੍ਰਿਤ ਓ ਦੇਵੈ, ਤਾਂ ਨਾਨਕ ਤ੍ਰਿਸ਼ਟਸ ਦੇਹਾ। ਬੜੇ ਵਜਦ ਤੇ ਪਿਆਰ ਦੇ ਵਿੱਚ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਸੁਜਾਨ ਸਪੁੱਤਰੀ ਸੁਸ਼ੀਲ ਸੁਭਾਅ ਦੇ ਮਾਲਕ ਬੀਬੀ ਅਮਰੋ ਜੀ ਪੜ੍ਹ ਰਹੇ ਸਨ। ਬਾਬਾ ਅਮਰਦਾਸ ਜੀ ਦੇ ਭਤੀਜ ਨੌ ਲੱਗਦੇ ਸਨ। ਉਹਨਾਂ ਦੇ ਭਰਾ ਦੇ ਪੁੱਤਰ ਦੇ ਨਾਲ ਵਿਆਹੇ ਹੋਏ ਸਨ। ਕਦੇ ਹੋ ਸਕਦਾ ਹੈ ਕਈ ਸਵਾਲ ਕਰਦੇ ਨੇ ਜੀ, ਵੇਖੋ ਜੀ ਅੱਜ ਤੱਕ ਉਹਨਾਂ ਨੇ ਸੁਣਿਆ ਨਹੀਂ, ਬੀਬੀ ਜੀ ਰੋਜ਼ ਬਾਣੀ ਪੜ੍ਹਦੇ ਸਨ, ਸੁਭਾਵ ਸੀ ਉਹਨਾਂ ਦੇ। ਘਰਾਂ ਦੇ ਵਿੱਚ ਕਈ ਵਾਰ ਨਹੀਂ ਧਿਆਨ ਖਿਆਲ ਹੁੰਦਾ, ਉਚੇਚਤਾ ਨਹੀਂ ਹੁੰਦੀ। ਐਵੇਂ ਨਹੀਂ ਹਰ ਗੱਲ ਦੇ ਉੱਪਰ ਟੀਕਾ ਟਿੱਪਣੀ ਕਰੀ ਜਾਣੀ। ਘਰ ਦੇ ਵਿੱਚ ਜਦੋਂ, ਕਿਉਂਕਿ ਉਹ ਸਾਰੀ ਰਾਤ ਨੀਂਦਰ ਨਹੀਂ ਪਈ, ਤੇ ਜਦੋਂ ਸਵੇਰ ਹੋਈ ਨਾ, ਵੱਡੀ ਸਵੇਰ ਨੂੰ ਉੱਠ ਕਰਕੇ ਸਵਾਣੀਆਂ ਜਿਹੜੀਆਂ ਸਨ, ਅੱਜ ਵੀ ਪਿੰਡਾਂ ਦੇ ਵਿੱਚ ਜਾਓ ਤੇ ਵੱਡੀ ਸਵੇਰ ਨੂੰ ਉੱਠ ਕੇ ਤੇ ਸਭ ਤੋਂ ਪਹਿਲਾਂ ਝਾੜੂ ਪੋਚਾ ਕਰਦੀਆਂ, ਗੁਰਦੁਆਰੇ ਜਾਂਦੀਆਂ, ਨਤਮਸਤਕ ਹੋਈਦਾ ਹੈ ਉਹਨਾਂ ਬੀਬੀਆਂ ਭੈਣਾਂ ਨੂੰ ਜਿਹੜੀਆਂ ਗੁਰੂ ਦੇ ਰਾਹ ਤੇ ਚੱਲਦੀਆਂ ਨੇ। ਸਾਡੀਆਂ ਭੈਣਾਂ ਬੀਬੀਆਂ ਦੀ, ਬਜ਼ੁਰਗਾਂ ਦੀ ਜਿਹੜੀ ਸਿੱਖਿਆ ਸੀ ਨਾ, ਉਹ ਇਹੀ ਸੀ, ਬਾਣੀ ਯਾਦ ਕਰਨੀ, ਬਾਣੀ ਪੜ੍ਹਨੀ। ਤੇ ਜਿਵੇਂ ਕਹਿੰਦੇ ਨੇ ਨਾ ਕਿ ਪੱਲੇ ਪੈਸਾ ਹੋਵੇ ਤੇ ਜਦੋਂ ਮਰਜ਼ੀ ਖੋਲ ਕਰਕੇ ਉਸ ਨੂੰ ਵਰਤਿਆ ਜਾ ਸਕਦਾ ਹੈ। ਇਸੇ ਤਰ੍ਹਾਂ ਬਾਣੀ ਜੇ ਕੰਠ ਹੋਵੇ ਨਾ, ਤੇ ਜਦੋਂ ਮਰਜ਼ੀ ਉਹ ਪੜ੍ਹੀ ਜਾ ਸਕਦੀ ਹੈ। ਇਹ ਬਾਣੀ ਕੰਠ ਦਾ ਗੁਰੂ ਪਿਆਰਿਓ ਇੰਨਾ ਲਾਭ ਹੈ, ਕਿਸੇ ਵੇਲੇ ਵੀ ਤੁਹਾਡਾ ਮਨ, ਕਿਉਂਕਿ ਮਨ ਦਾ ਸੁਭਾਵ ਹੈ, ਕਦੇ ਹੇਠਾਂ ਚਲੇ ਜਾਂਦਾ ਹੈ, ਕਦੇ ਹੰਕਾਰ 'ਚ ਚਲਿਆ ਜਾਂਦਾ। ਜਦੋਂ ਲੱਗੇ ਨਾ ਕਿ ਸਾਡਾ ਮਨ ਇੱਧਰ ਉੱਧਰ ਜਾ ਰਿਹਾ ਹੈ, ਤੇ ਪਾਤਸ਼ਾਹ ਨੇ ਸੁਖਮਣੀ ਸਾਹਿਬ 'ਚ ਬਚਨ ਕਹੇ ਨੇ, ਜਿਉਂ ਮੰਦਰ ਕੋ ਥੰਮੈ ਥੰਮਨ, ਤਿਉਂ ਗੁਰ ਕਾ ਸ਼ਬਦ ਮਨੇ ਅਸਥੰਮਨ। ਜਿਵੇਂ ਪਿੱਲਰ ਜਿਹੜੇ ਨੇ, ਥੰਮ ਜਿਹੜੇ ਨੇ, ਛੱਤ ਨੂੰ ਥੰਮ ਕੇ ਰੱਖਦੇ ਨੇ ਨਾ, ਡਿੱਗਦੇ ਢਹਿੰਦੇ ਡੋਲਦੇ ਮਨ ਨੂੰ ਥੰਮਣ ਵਾਲਾ ਗੁਰੂ ਦਾ ਸ਼ਬਦ ਹੈ। ਪਰ ਜੇ ਸਾਡੇ ਯਾਦ ਹੋਵੇਗਾ, ਮੂਲ ਮੰਤਰ ਯਾਦ ਹੋਵੇ, ਜਪਜੀ ਸਾਹਿਬ ਯਾਦ ਹੋਵੇ, ਬਾਕੀ ਬਾਣੀਆਂ ਯਾਦ ਹੋਣ, ਤੇ ਫਿਰ ਸਾਡਾ ਮਨ ਕਿੱਧਰੇ ਨਹੀਂ ਡੋਲ ਸਕਦਾ। ਅਸੀਂ ਸਮਝਾਵਾਂਗੇ, ਪੜ੍ਹਾਂਗੇ ਬਾਣੀ, ਆਪਣਾ ਨਿਤਨੇਮ ਯਾਦ ਕਰੀਏ, ਗੁਰੂ ਦੀ ਬਾਣੀ ਯਾਦ ਕਰੀਏ। ਤਾਂ ਬੇਨਤੀ ਕਰਦੇ, ਬਾਰ-ਬਾਰ ਸਾਡੀ ਜ਼ਿੰਦਗੀ ਦਾ ਤੇ ਆਧਾਰ ਹੀ ਬਾਣੀ ਹੈ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਸਤਿਗੁਰੂ ਕਹਿੰਦੇ ਮੇਰਾ ਆਧਾਰ ਤੇ ਹੈ ਹੀ ਬਾਣੀ, ਮੈਂ ਬਾਣੀ ਤੋਂ ਬਿਨਾਂ ਕਿਸ ਤਰ੍ਹਾਂ ਰਹਿ ਸਕਦਾ ਹਾਂ। ਇਹ ਸਿੱਖਿਆ, ਇਹ ਮੱਤ ਸੀ ਬੀਬੀ ਅਮਰੋ ਜੀ। ਉਸ ਅਨੁਸਾਰ ਉਹਨਾਂ ਨੇ ਕੰਮ ਧੰਦਾ ਕਰਨਾ, ਨਾਲ ਨਾਲ ਬਾਣੀ ਪੜ੍ਹੀ ਜਾਣੀ, ਝਾੜੂ ਦੇਈ ਜਾਣਾ, ਪੋਚਾ ਦੇਈ ਜਾਣਾ, ਬਾਣੀ ਕੰਠ, ਬਾਣੀ ਪੜ੍ਹੀ ਜਾਣੀ, ਮੁਖ ਦੇ ਨਾਲ, ਸੁਰਤ ਦੇ ਨਾਲ ਬਾਣੀ ਪੜ੍ਹੀ ਜਾਣੀ। ਦੁੱਧ ਰਿੜਕੀ ਜਾਣਾ, ਬਾਣੀ ਪੜ੍ਹੀ ਜਾਣੀ। ਦੁੱਧ ਰਿੜਕਦਿਆਂ ਰਿੜਕਦਿਆਂ ਬਾਣੀ ਪੜ੍ਹ ਰਹੇ ਸਨ। ਇਤਿਹਾਸ ਇਹ ਕਹਿੰਦਾ ਹੈ। ਇਹ ਆਪਣੀਆਂ ਧੀਆਂ, ਆਪਣੀਆਂ ਬੱਚੀਆਂ ਨੂੰ ਅਸੀਂ ਸਮਝਾਈਏ, ਜਿਵੇਂ ਗੁਰੂ ਅੰਗਦ ਦੇਵ ਮਹਾਰਾਜ ਨੇ ਸਿੱਖਿਆ ਦਿੱਤੀ ਆਪਣੀ ਸੁਜਾਨ ਪੁੱਤਰੀ ਨੂੰ, ਬੇਟਾ ਬਾਣੀ ਯਾਦ ਕਰਨਾ, ਇਸ ਬਾਣੀ ਨੂੰ ਆਪਣਾ ਆਸਰਾ ਬਣਾਉਣਾ। ਇਹ ਬਾਣੀ ਹੀ ਜੀਵਨ ਦੀ ਕਲਿਆਣ ਕਰਨ ਵਾਲੀ ਹੈ। ਪੜ੍ਹ ਰਹੇ ਸਨ। ਬਸ ਮੈਂ ਬੇਨਤੀ ਕੀਤੀ ਕਿ ਜੇ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਜੀਵਨ ਪੜ੍ਹੀਏ ਤੇ ਭਾਈ ਜੋਧ ਜੀ ਦੇ ਕੋਲੋਂ ਉਹਨਾਂ ਨੇ ਸ਼ਬਦ ਸੁਣਿਆ, ਤੇ ਜੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੀਵਨ ਪੜ੍ਹੀਏ ਤੇ ਘਰ ਦੇ ਵਿੱਚ ਭਤੀਜ ਨੌ ਇਹ ਸ਼ਬਦ, ਇਹ ਬਾਣੀ ਪੜ੍ਹ ਰਹੇ ਸਨ। ਬਸ ਫਿਰ ਕੀ ਸੀ, ਨੇੜੇ ਆ ਗਏ, ਸੁਣਦੇ ਰਹੇ। ਚਿੱਟੇ ਦਾੜੇ ਦੇ ਵਿੱਚੋਂ ਬਾਣੀ ਸੁਣ ਸੁਣ ਕੇ ਅੰਦਰ ਦਾ ਵੈਰਾਗ ਜਿਤਨਾ ਸੀ, ਉਹ ਨੇਤਰਾਂ ਦੇ ਰਾਹੀਂ ਘੁਲ ਕੇ ਬਾਬਾ ਅਮਰਦਾਸ ਜੀ ਦੇ ਚਰਨਾਂ ਨੂੰ ਧੋਈ ਜਾ ਰਿਹਾ ਸੀ।
ਆਪਣੇ ਮਨ ਦੇ ਵੇਗ ਨੂੰ ਰੋਕ ਕਰਕੇ ਨੇੜੇ ਗਏ। ਜਦੋਂ ਸ਼ਬਦ ਪੂਰਾ ਹੋਇਆ ਨਾ ਤੇ ਆਖਿਆ, ਧੀਏ ਧੀ ਰਾਣੀਏ, ਇਹ ਜਿਹੜਾ ਬਾਣੀ ਪੜ੍ਹ ਰਹੀ ਸੀ ਕਿਸ ਦੀ ਬਾਣੀ? ਬੀਬੀ ਅਮਰੋ ਜੀ ਨੇ ਬੜੀ ਨਿਮਰਤਾ ਦੇ ਨਾਲ ਨੇਤਰ ਨੀਵੇਂ ਕਰਕੇ ਆਖਿਆ, ਬਾਪੂ ਜੀ, ਪਿਤਾ ਜੀ, ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ, ਜਿਨ੍ਹਾਂ ਦੀ ਗੱਦੀ ਦੇ ਉੱਪਰ ਤੁਹਾਡੇ ਕੁੜਮ ਨੇ, ਪਿਤਾ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਬਿਰਾਜਮਾਨ ਨੇ। ਆਖਿਆ, ਧੀਏ, ਕਹਿੰਦੇ ਤੁਸੀਂ ਜਾਣਦੇ ਹੋ ਗਲਵੱਕੜੀ ਪਾ ਕੇ ਮਿਲੇ ਸੋ ਜਦੋਂ ਮੇਰਾ ਵਿਆਹ ਹੋਇਆ ਸੀ। ਕਹਿਣ ਲੱਗੇ, ਧੀਏ, ਮੇਰੇ ਭਰਾ ਨੇ ਤੇਰੇ ਪਿਤਾ ਨੂੰ ਮਿਲਾਇਆ ਸੀ, ਮੈਂ ਉਦੋਂ ਕੁੜਮਾਂ ਨੂੰ ਮਿਲਿਆ ਸੀ, ਮੈਨੂੰ ਨਹੀਂ ਸੀ ਪਤਾ ਸਤਿਗੁਰੂ ਦੀ ਮਹਿਮਾ ਦਾ। ਸਤਿਗੁਰੂ ਦੀ ਮਹਿਮਾ ਦਾ ਅੱਜ ਪਤਾ ਲੱਗਿਆ ਹੈ। ਕਹਿਣ ਲੱਗੇ, ਮੇਰੇ ਭਰਾ ਨੇ ਮੇਰੇ ਤੇ ਕਿਰਪਾ ਕਰਕੇ ਕੁੜਮ ਦੇ ਨਾਲ ਮਿਲਾਇਆ ਸੀ, ਧੀਏ ਤੂੰ ਕਿਰਪਾ ਕਰ ਮੇਰੇ ਉੱਪਰ, ਮੈਨੂੰ ਸਤਿਗੁਰੂ ਦੇ ਨਾਲ ਮਿਲਾ ਦੇ। ਬੜੀ ਪਿਆਸ, ਚਾਹ, ਇੱਦਾਂ ਦੀ ਪਿਆਸ, ਇੱਦਾਂ ਦੀ ਮਿਲਣ ਦੀ ਜਿਹੜੀ ਇੱਛਾ ਹੈ, ਤਾਂਘ ਗੁਰੂ ਦੇ ਨਾਲ ਸਿੱਖ ਦੇ ਮਨ 'ਚ ਹੋਣੀ ਚਾਹੀਦੀ ਹੈ। ਬੀਬੀ ਅਮਰੋ ਜੀ ਨੇ ਆਖਿਆ, ਪਿਤਾ ਜੀ, ਗੁਰੂ ਪਿਤਾ ਜੀ ਦਾ ਹੁਕਮ ਹੈ, ਬਿਨਾਂ ਕਿਸੇ ਕਾਰਨ ਤੋਂ ਨਹੀਂ ਆਣਾ, ਦੱਸਣਾ ਹੈ। ਅੱਜ ਕੱਲ੍ਹ ਦੀ ਤਰ੍ਹਾਂ ਨਹੀਂ ਕਿ ਮਾਂ ਨੇ ਆਖਿਆ, ਪੁੱਤ ਕੋਈ ਗੱਲ ਨਹੀਂ, ਕੋਈ ਗੱਲਬਾਤ ਹੋਵੇ ਬਸ ਫੋਨ ਕਰਦੀ। ਹੁਣ ਅੱਜ ਕੱਲ੍ਹ ਇਹ ਸਿੱਖਿਆ ਦਿੰਦੀਆਂ ਨੇ। ਮੈਂ ਬੇਨਤੀ ਕਰਾਂ, ਜਿਸ ਧੀ ਦਾ ਕਨੈਕਸ਼ਨ ਚੱਤੇ ਪੈਰ ਮਾਂ ਦੇ ਨਾਲ, ਪਿਓ ਦੇ ਨਾਲ ਰਹਿੰਦਾ ਹੈ ਨਾ, ਸੱਚ ਜਾਣਿਓ ਉਹਨਾਂ ਘਰਾਂ ਦੇ ਕਲੇਸ਼ ਨਹੀਂ ਮੁੱਕ ਸਕਦੇ। ਮੈਂ ਇਹ ਨਹੀਂ ਕਹਿੰਦਾ ਆਪਣੇ ਮਾਂ-ਬਾਪ ਨੂੰ ਵਿਸਾਰ ਦੇਣਾ ਚਾਹੀਦਾ ਹੈ, ਕੌਣ ਭੁਲਾ ਸਕਦਾ ਹੈ ਮਾਂ-ਬਾਪ ਨੂੰ, ਲੇਕਿਨ ਨਹੀਂ, ਧੀਆਂ ਨੂੰ ਉਸ ਦੇ ਘਰ ਅਨੁਸਾਰ, ਉਹਦੇ ਸਹੁਰਿਆਂ ਦੇ ਵਿੱਚ ਕਿਸ ਤਰ੍ਹਾਂ ਰਹਿਣਾ ਹੈ, ਘਰ ਪਰਿਵਾਰ ਦੇ ਵਿੱਚ, ਉਹਦੇ ਉੱਪਰ ਛੱਡ ਦਿਓ। ਉਹਨਾਂ ਦੀ ਜ਼ਿੰਦਗੀ ਹੈ। ਹਰ ਗੱਲ ਦੇ ਵਿੱਚ ਦਖਲ ਦੇਣਾ ਬੰਦ ਕਰ ਦਈਏ। ਹਰ ਗੱਲ ਦੇ ਵਿੱਚ ਇਹ ਕਹੀ ਜਾਣਾ, ਕੋਈ ਗੱਲ ਹੀ ਨਹੀਂ, ਤੈਨੂੰ ਕੋਈ ਗੱਲ ਕਰੇ, ਕੋਈ ਆਖੇ, ਸੱਸ ਕਵੇ, ਸਹੁਰਾ ਕਵੇ, ਬਸ ਤੂੰ ਫੋਨ ਕਰ ਦੇ, ਵੀ ਵੇਖ ਲਾਂਗੇ ਅਸੀਂ। ਇਹ ਵਸਾਉਣ ਵਾਲੀਆਂ ਗੱਲਾਂ ਨਹੀਂ ਹੁੰਦੀਆਂ। ਪਾਤਸ਼ਾਹ ਨੇ ਆਖਿਆ, ਬੱਚੀਏ, ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ, ਕੋਈ ਕੰਮ ਹੋਵੇ, ਕੋਈ ਕਿਸੇ ਤਰ੍ਹਾਂ ਦੀ, ਫਿਰ ਆਣਾ। ਐਵੇਂ ਨਹੀਂ ਕਿ ਰੋਜ਼ ਹੀ। ਕਈ ਵਾਰ ਘਰਾਂ 'ਚ ਦੇਖਿਆ ਹੈ ਝਗੜੇ ਇਸੇ ਕਰਕੇ ਹੋ ਜਾਂਦੇ ਨੇ। ਕਈ ਬੱਚੀਆਂ ਜਿਵੇਂ ਦਿੱਲੀ ਰਹਿੰਦੇ ਆ ਜਾਂ ਹੋਰ ਰਹਿੰਦੇ ਆ, ਦਿੱਲੀ ਦੇ ਵਿੱਚ ਰਹਿਣ, ਘਰ ਨੇੜੇ ਆ ਤੇ ਰੋਜ਼ ਹੀ ਤੁਰੇ ਰਹੋ। ਇਹ ਨਹੀਂ ਗੱਲ, ਇਸ ਤਰ੍ਹਾਂ ਨਹੀਂ ਘਰ ਚੱਲਦੇ ਹੁੰਦੇ। ਮਹਾਰਾਜ ਨੇ ਆਖਿਆ, ਬੀਬੀ ਅਮਰੋ ਜੀ ਕਹਿਣ ਲੱਗੇ, ਪਿਤਾ ਗੁਰੂ ਦਾ ਹੁਕਮ ਹੈ। ਕਹਿਣ ਲੱਗੇ, ਧੀਏ ਅੱਜ ਮੇਰੇ ਨਾਲ ਚੱਲ, ਅੱਜ ਇੱਕ ਟੁੱਟੇ ਹੋਏ ਨੂੰ ਤੂੰ ਗੁਰੂ ਕੋਲ ਲਿਜਾਣਾ ਹੈ, ਗੁਰੂ ਦੇ ਨਾਲ ਜੋੜਨਾ ਹੈ। ਅੱਜ ਨਿਗੁਰੇ ਨੂੰ ਗੁਰੂ ਦੀ ਸ਼ਰਨ ਦੇ ਵਿੱਚ ਲੈ ਕੇ ਜਾਣਾ ਹੈ। ਇਹਦੇ ਵਰਗਾ, ਇਹਦੇ ਜਿਹਾ ਕੋਈ ਹੋਰ ਤੇ ਵੱਡਾ ਕਰਮ ਨਹੀਂ ਹੈ। ਬੀਬੀ ਅਮਰੋ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਆਪਣੇ ਨਾਲ ਲੈ ਕੇ ਗਏ। ਖਡੂਰ ਸਾਹਿਬ ਪਹੁੰਚੇ, ਬਾਹਰ ਖੜਿਆਂ ਕਰਕੇ ਕਹਿਣ ਲੱਗੇ, ਪਿਤਾ ਜੀ ਤੁਸੀਂ ਇੱਥੇ ਰੁਕੋ, ਮੈਂ ਤੁਹਾਡੇ ਅੱਗੋਂ ਜਾ ਕਰਕੇ ਦੱਸਦੀ ਹਾਂ ਕਿ ਤੁਸੀਂ ਮੇਰੇ ਨਾਲ ਆਏ ਹੋ। ਇੱਦਾਂ ਅਚਾਨਕ ਜਾਵਾਂਗੇ ਤੇ ਮਹਾਰਾਜ ਪਿਤਾ ਜੀ ਦੇਖਣਗੇ, ਸੋਚਣਗੇ, ਕਹਿਣਗੇ ਵੀ ਦੱਸਿਆ ਨਹੀਂ ਪਹਿਲਾਂ। ਅੰਦਰ ਗਏ, ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਨਮਸਕਾਰ ਕਰਕੇ ਜਦੋਂ ਪਾਤਸ਼ਾਹ ਪਹਿਲਾਂ ਹੀ ਕਹਿਣ ਲੱਗੇ, ਇਸ ਤੋਂ ਪਹਿਲਾਂ ਕਿ ਬੀਬੀ ਜੀ ਆਖਦੇ, ਕਹਿਣ ਲੱਗੇ, ਧੀਏ ਏਡੀ ਦੂਰੋਂ ਜਿਨ੍ਹਾਂ ਨੂੰ ਨਾਲ ਲੈ ਕੇ ਆਈ ਹੈ, ਹੁਣ ਉਹਨਾਂ ਨੂੰ ਬਾਹਰ ਖੜਿਆ ਕਰ ਆਈ ਹੈ। ਅੰਦਰ ਗਏ, ਕਹਿੰਦੇ ਲੈ ਕੇ ਆ। ਮਹਾਰਾਜ ਦੇ ਚਰਨਾਂ ਤੇ ਢਹਿ ਪਏ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਤੇ। ਮਹਾਰਾਜ ਨੇ ਬਾਹਾਂ ਤੋਂ ਪਕੜ ਕੇ ਬਾਬਾ ਅਮਰਦਾਸ ਜੀ ਨੂੰ ਆਪਣੀ ਗਲਵੱਕੜੀ ਦੇ ਵਿੱਚ ਲੈਂਦਿਆਂ ਹੋਇਆਂ, ਜੋ ਪੁੰਜੇ ਬੈਠ ਰਹੇ ਸਨ, ਉੱਪਰ ਬਿਠਾਉਂਦਿਆਂ ਹੋਇਆਂ ਆਖਿਆ, ਕਹਿਣ ਲੱਗੇ, ਤੁਹਾਡੀ ਜਗ੍ਹਾ ਇੱਥੇ ਨਹੀਂ, ਤੁਸੀਂ ਸਾਡੇ ਕੁੜਮ ਹੋ। ਬਾਬਾ ਅਮਰਦਾਸ ਜੀ ਨੇ ਆਖਿਆ, ਅੱਜ ਕੁੜਮਾਚਾਰੀ ਦੇ ਨਾਤੇ ਨਹੀਂ ਆਇਆ, ਅੱਜ ਮੈਂ ਇੱਕ ਨਿਗੁਰਾ, ਨਿਥਾਵਾਂ, ਨਿਮਾਣਾ ਅਮਰਦਾਸ ਆਇਆ ਹਾਂ, ਜਿਹਨੂੰ ਕੋਈ ਥਾਂ ਨਹੀਂ ਹੈ ਦੁਨੀਆ ਦੇ ਅੰਦਰ। ਇੱਥੇ ਗੁਰੂ ਘਰ ਦੇ ਵਿੱਚ ਆ ਕਰਕੇ ਅਸੀਂ ਆਖੀਏ ਬੜੀਆਂ ਜ਼ਮੀਨਾਂ ਵਾਲੇ ਆ, ਬੜਾ ਹੈ, ਸਭ ਕੁਝ ਸਾਡੇ ਕੋਲ ਹੈ, ਇੱਥੇ ਹੰਕਾਰ ਕਰੀਏ ਗੁਰੂ ਦੇ ਦਰ ਦੇ ਉੱਪਰ ਆ ਕੇ ਆਪਣੇ ਸਟੇਟਸ ਦਾ, ਆਪਣੇ ਚੌਧਰਪੁਣੇ ਦਾ, ਕਈ ਵਾਰ ਦੇਖੀਦਾ ਹੈ ਕਿ ਇਸ ਤਰ੍ਹਾਂ ਵਿਖਾਵਾ ਕਰਦੇ ਹੋਏ। ਪਰ ਮਹਾਰਾਜ ਨੇ ਦੱਸਿਆ ਗੁਰੂ ਕੋਲ ਕਿੱਦਾਂ ਜਾਣਾ। ਆਖਿਆ,
ਮੇਰੇ ਤੇ ਕਿਰਪਾ ਕਰੋ, ਮੇਰੀ ਸੱਖਣੀ ਝੋਲੀ ਦੇ ਵਿੱਚ ਨਾਮ ਦੀ ਦਾਤ ਪਾ ਦਿਓ, ਮੈਨੂੰ ਨਿਮਾਣੇ ਨੂੰ ਮਾਣ ਨਿਥਾਵੇਂ ਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇ ਦਿਓ। ਕਹਿਣ ਲੱਗੇ ਮੈਂ ਇੱਥੇ ਨਹੀਂ, ਤੁਹਾਡੇ ਬਰਾਬਰ ਨਹੀਂ, ਮੈਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦਿਓ, ਇੱਥੇ ਮੈਨੂੰ ਬੈਠਣ ਦਿਓ। ਬਦੋ ਬਦੀ ਬੜੀ ਨਿਮਰਤਾ ਵੇਖੀ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ। ਅੱਤ ਦੀ ਨਿਮਰਤਾ ਤੇ ਪਾਤਰਤਾ ਦੇਖ ਕਰਕੇ ਨਾਮ ਦੀ ਦਾਤ ਬਖਸ਼ਿਸ਼ ਕੀਤੀ। ਇਹ ਸਾਡੇ ਜੀਵਨ ਦੇ ਲਈ ਇੱਕ ਪ੍ਰੇਰਨਾਦਾਈ ਹੈ। ਇੰਨੀ ਨਿਮਰਤਾ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਸਿੱਖੀ ਦੀ ਦਾਤ ਪ੍ਰਾਪਤ ਕਰਕੇ ਲਗਾਤਾਰ 12 ਸਾਲ ਦੀ ਘਾਲ ਕਮਾਈ, ਐਸੀ ਕਮਾਈ ਕੀਤੀ, ਐਸੀ ਘਾਲਣਾ ਕੀਤੀ, ਅਸੀਂ ਸੇਵਾ ਦੇ ਪੁੰਜ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਆਖਦੇ ਹਾਂ। ਜਿਸ ਉਮਰ ਦੇ ਵਿੱਚ ਬਜ਼ੁਰਗ ਕੋਈ ਆਖਦਾ ਹੈ ਕਿ ਮੇਰੀਆਂ ਲੱਤਾਂ ਘੁੱਟੇ, ਮੇਰੀ ਸੇਵਾ ਮੇਰੇ ਪੋਤਰੇ, ਮੇਰੇ ਪੁੱਤਰ, ਮੇਰੀਆਂ ਧੀਆਂ ਕਰਨ, ਉਸ ਉਮਰ ਦੇ ਵਿੱਚ ਜਾ ਕਰਕੇ ਗੁਰੂ ਦੀ ਸੇਵਾ ਕਰਨੀ, ਲਗਾਤਾਰ ਜਲ ਦੀ ਸੇਵਾ ਮਹਾਰਾਜ ਦੇ ਇਸ਼ਨਾਨ ਦੇ ਲਈ ਤੇ ਗੁਰੂ ਕੇ ਲੰਗਰਾਂ ਦੇ ਲਈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਸਿਰ ਤੇ ਲੈ ਲਈ। ਇਤਿਹਾਸ ਕਹਿੰਦਾ ਹੈ 12 ਸਾਲ ਘਾਲਣਾ ਕਮਾਈ ਕੀਤੀ ਹੈ। ਉਸ ਕਮਾਈ ਦਾ ਹੀ ਸਦਕਾ ਸੀ ਕਿ ਇੱਕ ਦਿਨ ਫਿਰ ਗੁਰੂ ਨੇ ਕਿਰਪਾ ਕਰਕੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ ਬੇਅੰਤ ਝੜੀਆਂ ਲਾ ਕਰਕੇ ਸੇਵਾ ਕਾਲ ਕਮਾਈ ਨੂੰ ਭਾਗ ਲਾ ਦਿੱਤੇ। ਇਹ ਕੋਈ ਨਹੀਂ ਸੀ ਜਾਣਦਾ ਕਿ ਜਿਹੜਾ ਗੁਰੂ ਦੇ ਚਰਨਾਂ ਦੇ ਵਿੱਚ ਥਾਂ ਲੈਣ ਆਇਆ ਹੈ, ਗੁਰੂ ਦੇ ਚਰਨਾਂ ਦੇ ਵਿੱਚ ਜਿਹੜਾ ਥਾਂ ਲੈਣ ਆਇਆ ਹੈ, ਇੱਕ ਦਿਨ ਉਹ ਗੁਰੂ ਦੀ ਥਾਂ ਤੇ ਹੀ ਬੈਠ ਜਾਵੇਗਾ। ਗੁਰੂ ਅੰਗਦ ਦੇਵ ਮਹਾਰਾਜ ਉਹਨਾਂ ਨੂੰ ਆਪਣੇ ਅਸਥਾਨ ਤੇ ਬਿਠਾ ਦੇਣਗੇ। ਬਸ ਮੈਂ ਇੱਕ ਬੇਨਤੀ ਕਰਾਂ, ਅੱਜ ਜਿਹੜਾ ਪੌੜੀ ਆਪ ਜੀ ਨੇ ਸਰਵਨ ਕੀਤੀ ਹੈ ਜਪਜੀ ਸਾਹਿਬ ਜੀ ਦੀ 10ਵੀਂ ਪੌੜੀ ਹੈ ਇਹ। ਇਸ ਪੌੜੀ ਦੇ ਵਿੱਚ ਹਜ਼ੂਰ ਨੇ ਪਤਾ ਕੀ ਕਿਹਾ ਹੈ? ਬੜਾ ਢੁਕਵਾਂ ਹੈ ਮਹਾਰਾਜ ਜੀ ਦੇ ਜੀਵਨ ਉੱਤੇ। ਸਾਹਿਬ ਕਹਿੰਦੇ ਨੇ ਸੁਣਨ ਦੀ ਸੁਰਤ ਜੋੜਨ ਦੀ ਜਿਹੜੀ ਕਲਾ ਹੈ, ਸੁਣਿਆ ਸਤ ਸੰਤੋਖ ਗਿਆਨ, ਜੇ ਕੋਈ ਧਿਆਨ ਲਗਾਉਣਾ, ਸੁਰਤ ਨੂੰ ਜੋੜਨਾ ਸਿੱਖ ਲਵੇ, ਕਿੱਦਾਂ ਲਗਾਓ ਬਣ ਜਾਵੇ। 4 ਪੌੜੀਆਂ ਨੇ ਸੁਣਨ ਦੀਆਂ, ਉਸ ਤੋਂ ਬਾਅਦ ਮੰਨਣ ਦੀਆਂ ਨੇ, ਤੇ ਉਸ ਤੋਂ ਬਾਅਦ ਫਿਰ ਹਿਰਦੇ 'ਚ ਵਸਾ ਕੇ ਪ੍ਰੈਕਟੀਕਲ ਦੀਆਂ ਨੇ। ਇਹਨਾਂ ਨੂੰ ਪ੍ਰੈਕਟੀਕਲ ਵਾਸਤੇ, ਜਿਨ੍ਹਾਂ ਨੂੰ ਕੋਈ ਨਿਧਿਆਸਨ ਆਖਦਾ, ਇਹ ਵੇਦਾਂਤ ਦੀਆਂ ਗੱਲਾਂ ਨੇ, ਮਾਫ ਕਰਨਾ। ਗੁਰਮਤਿ ਦੀ ਤਾਂ ਇਹੀ ਗੱਲ ਹੈ ਕਿ ਗੁਰੂ ਦੀ ਗੱਲ ਸੁਣਨੀ ਤੇ ਸੁਣ ਕੇ ਮੰਨ ਕੇ ਕਮਾਉਣੀ। ਇਹ ਤੀਸਰੀ ਜਿਹੜੀ ਹੈ ਇਹ ਕਮਾਉਣ ਵਾਲੀ ਹੈ। ਪਰ ਜੇ ਧਿਆਨ ਨਾਲ ਸੁਣਾਂਗੇ, ਜੇ ਸੱਚ ਜਾਣਿਓ, ਜੇ ਬਾਬਾ ਅਮਰਦਾਸ ਜੀ ਨੇ ਬੀਬੀ ਅਮਰੋ ਜੀ ਦੇ ਮੁਖ ਤੋਂ ਧਿਆਨ ਦੇ ਨਾਲ ਸ਼ਬਦ ਸੁਣਿਆ ਨਾ ਹੁੰਦਾ, ਕੀ ਇਹ ਜਿਹੜੀ ਅਵਸਥਾ ਨਿਮਾਣਿਆਂ ਦੇ ਮਾਣ ਵਾਲੀ, ਨਿਤਾਣਿਆਂ ਦੇ ਤਾਣ ਵਾਲੀ, ਨਿਉਟਿਆਂ ਦੀ ਓਟ ਤੇ ਨਿਆਸਰਿਆਂ ਦੇ ਆਸਰਿਆਂ ਵਾਲੀ ਹੈ, ਇਹ ਅਵਸਥਾ ਉਹਨਾਂ ਨੂੰ ਪ੍ਰਾਪਤ ਹੁੰਦੀ ਨਹੀਂ ਪਿਆਰਿਓ, ਕਦਾਚਿਤ ਵੀ ਨਹੀਂ। ਇਹ ਸ਼ਬਦ ਦੀ ਕਰਾਮਾਤ ਹੈ। ਇਹ ਸ਼ਬਦ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਭਾਈ ਯੋਧ ਜੀ ਕੋਲੋਂ ਇਸ ਤਰ੍ਹਾਂ ਦੇ ਨਾਲ ਸੁਣਿਆ, ਸੁਰਤ ਨੂੰ, ਕੰਨਾਂ ਨੂੰ। ਅਸੀਂ ਸਾਡੇ ਸੁਣਨ ਦੇ ਵਿੱਚ ਤੇ ਬਾਬਾ ਅਮਰਦਾਸ ਜੀ ਦੇ ਸੁਣਨ ਦੇ ਵਿੱਚ ਬੜਾ ਅੰਤਰ ਹੈ। ਅਸੀਂ ਇੱਧਰੋਂ ਸੁਣਦੇ ਹਾਂ, ਇੱਧਰ ਕੱਢ ਦਿੰਦੇ ਹਾਂ। ਜਿੱਦਣ ਕਮਾਈ ਵਾਲੇ ਬਣ ਜਾਵਾਂਗੇ ਨਾ, ਸੁਣ ਕੇ ਕਮਾਉਣ ਲੱਗ ਪਾਵਾਂਗੇ, ਉਦਣ ਬੜੀ ਬਖਸ਼ਿਸ਼ ਦੇ ਮਾਲਕ ਬਣ ਜਾਵਾਂਗੇ। ਇਹਨੂੰ ਮਹਿਸੂਸ ਹੀ ਕੀਤਾ ਜਾ ਸਕਦਾ ਹੈ। ਜਿਹੜਾ ਸ਼ਬਦ ਉਪਦੇਸ਼ ਨੂੰ ਸੁਣਨਾ ਹੈ ਨਾ, ਤੇ ਸੁਣ ਕਰਕੇ ਫਿਰ ਆਪਣੇ ਮਨ ਦੇ ਅੰਦਰ ਵਸਾਉਣਾ ਹੈ ਤੇ ਕਮਾਉਣਾ ਹੈ, ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਹਜ਼ੂਰ ਕਹਿੰਦੇ ਨੇ ਸੁਣਿਐ ਸਤ ਸੰਤੋਖ ਗਿਆਨ। ਪ੍ਰਭੂ ਦੇ ਨਾਮ ਨੂੰ ਸੁਣਨ ਦੇ ਨਾਲ, ਉਹਦੀ ਸਿਫਤ ਸਲਾਹ ਵਡਿਆਈ ਨੂੰ ਸੁਣਨ ਦੇ ਨਾਲ, ਸੁਰਤ ਨੂੰ ਜੋੜਨ ਦੇ ਨਾਲ ਕੀ ਹੁੰਦਾ ਹੈ? ਸਤ ਸੰਤੋਖ ਗਿਆਨ, ਸੁੱਚਾ ਆਚਰਣ ਬਣਦਾ ਹੈ, ਸੱਚਾ ਸੁੱਚਾ ਆਚਰਣ ਬਣਦਾ ਹੈ।
ਦਾਨੀ ਸੁਭਾਵ ਜਿਹੜਾ ਹੈ, ਸੰਤੋਖੀ ਸੁਭਾਵ, ਸਤ ਦਾ ਤੇ ਸੰਤੋਖ ਦਾ ਵੈਸੇ ਕਈ ਥਾਵਾਂ ਦੇ ਉੱਪਰ ਦਾਨ ਸ਼ਬਦ, ਦਾਨ ਕਰਨ ਦੇ ਨਾਲ ਅਸ ਸ਼ਬਦ ਤੋਂ ਇਹ ਬਣਿਆ ਹੈ। ਸਤ ਸ਼ਬਦ ਜਿਹੜਾ ਅਸ ਤੋਂ ਹੈ, ਸੰਸਕ੍ਰਿਤ ਦੇ ਅਸ ਤੋਂ। ਅਸ ਤੋਂ ਮਤਲਬ ਹੈ ਹੱਥੋਂ ਛੱਡਣਾ, ਦਾਨ ਕਰਨਾ। ਦਾਨ ਵੀ ਉਹੀ ਕਰੇਗਾ ਜਿਹਦੇ ਅੰਦਰ ਸੰਤੋਖ ਹੈ, ਜਿਹਦੇ ਅੰਦਰ ਆਪਣੇ ਸੰਤੋਖ ਨਹੀਂ, ਜਿਹੜਾ ਆਪ ਤ੍ਰਿਸ਼ਨਾ ਦਾ ਵੇੜਿਆ ਹੋਇਆ ਹੋਵੇਗਾ ਨਾ, ਸੱਚ ਜਾਣਿਓ ਉਹ ਕਦੇ ਵੀ ਕਿਸੇ ਚੀਜ਼ ਨੂੰ ਹੱਥੋਂ ਨਹੀਂ ਛੱਡਦਾ। ਜਿਹਨੂੰ ਆਪ ਸੰਤੋਖ ਪ੍ਰਾਪਤ ਹੋ ਗਿਆ, ਜਿਹਨੂੰ ਸਬਰ ਦੀ ਪ੍ਰਾਪਤੀ ਹੋ ਗਈ ਨਾ, ਜਿਹਦਾ ਮਨ ਟਿਕ ਗਿਆ, ਉਹੀ ਹੱਥੋਂ ਦੇਵੇਗਾ। ਜਿਨਨੇ ਸੁਰਤ ਜੋੜ ਲਈ ਨਾ, ਉਹਦੇ ਅੰਦਰ ਇਹ ਅਵਸਥਾ ਬਣ ਜਾਂਦੀ ਹੈ, ਬਾਣੀ ਨੂੰ, ਸ਼ਬਦ ਨੂੰ ਸੁਣ ਕੇ ਪਰ ਉਪਕਾਰ ਦੀ ਭਾਵਨਾ ਪੈਦਾ ਹੁੰਦੀ ਹੈ, ਸਤ ਸੰਤੋਖ ਦਾ ਗਿਆਨ ਪ੍ਰਾਪਤ ਹੁੰਦਾ ਹੈ। ਸੁਣਿਐ ਪੜ ਪੜ ਪਾਵਹਿ ਮਾਨ। ਇਹ ਪੌੜੀਆਂ ਜਿਹੜੀਆਂ ਨੇ ਨਾ, ਇਹ ਚਾਰੋਂ ਪੌੜੀਆਂ ਦੀ ਜਿਹੜੀ ਅਖੀਰਲੀ ਪੰਕਤੀ ਹੈ ਨਾ, ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ। ਇਹ ਜਿਹੜੀ ਪੰਕਤੀ ਹੈ ਨਾ, ਇਸ ਪੰਕਤੀ ਤੋਂ ਜਦੋਂ ਅਸੀਂ ਅਰਥ ਕਰਦੇ ਹਾਂ ਨਾ ਕਿ ਸੁਣਨ ਦੇ ਨਾਲ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ, ਸੁਰਤ ਨੂੰ ਜੋੜਨ ਦੇ ਨਾਲ, ਪ੍ਰਭੂ ਦੇ ਨਾਮ ਦੇ ਵਿੱਚ ਲਗਾਉਣ ਦੇ ਨਾਲ ਖੇੜਾ ਪ੍ਰਾਪਤ ਹੁੰਦਾ ਹੈ। ਭਗਤ ਦੇ ਮਨ ਵਿੱਚ, ਜਗਿਆਸੂ ਦੇ ਮਨ ਦੇ ਵਿੱਚ ਵਿਗਾਸ ਵਾਲੀ, ਖੇੜੇ ਵਾਲੀ, ਆਨੰਦ ਵਾਲੀ ਅਵਸਥਾ ਪੈਦਾ ਹੁੰਦੀ ਹੈ। ਜਿਹੜਾ ਸੁਰਤ ਜੋੜਦਾ ਹੈ, ਜਿਹੜਾ ਧਿਆਨ ਦੇ ਨਾਲ ਸੁਣਦਾ ਹੈ, ਉਹਦੇ ਕਿਸੇ ਤਰ੍ਹਾਂ ਦਾ ਵੀ ਜੀਵਨ ਦੇ ਵਿੱਚ ਪਾਪ ਨਹੀਂ ਰਹਿ ਜਾਂਦਾ। ਪਾਪਾਂ ਦਾ ਨਾਸ਼ ਹੋ ਜਾਂਦਾ ਹੈ, ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਉਹਦੇ ਅੰਦਰ ਐਸੀ ਅਵਸਥਾ ਬਣ ਜਾਂਦੀ ਹੈ, ਦਾਨੀ ਸੁਭਾਅ ਬਣ ਜਾਂਦਾ ਹੈ, ਸੰਤੋਖੀ ਸੁਭਾਅ ਬਣ ਜਾਂਦਾ ਹੈ। ਲੱਖ ਹੋਵੇ ਕੱਖ ਹੋਵੇ, ਉਹਨੂੰ ਹਰੇਕ ਸਥਿਤੀ ਦੇ ਵਿੱਚ ਰਹਿਣ ਦੀ ਜਾਚ ਆ ਜਾਂਦੀ ਹੈ ਕਿ ਇਹ ਮਾਲਕ ਦੀ ਮਰਜ਼ੀ ਹੈ। ਉਹ ਚਾਹਵੇ ਤੇ ਜਿੱਦਾਂ ਦਾ ਮਰਜ਼ੀ ਸਾਨੂੰ ਜੀਵਨ ਦੇ ਦੇਵੇ, ਲੱਖਾਂ ਦੇ ਦੇਵੇ, ਉਹ ਚਾਹਵੇ ਤੇ ਨਾ ਦੇਵੇ, ਹਰ ਸਥਿਤੀ ਦੇ ਵਿੱਚ ਰਾਜੀ ਰਹਿਣਾ ਹੀ ਧਰਮ ਹੈ। ਇਹ ਭਾਵਨਾ ਜਿਹੜੀ ਹੈ ਸੁਰਤ ਜੋੜਨ ਦੇ ਨਾਲ ਪ੍ਰਾਪਤ ਹੋ ਜਾਂਦੀ ਹੈ। ਸੁਣੇ 68 ਕਾ ਇਸ਼ਨਾਨ। ਪ੍ਰਭੂ ਦੇ ਨਾਮ ਨੂੰ ਜਿੰਨੇ, ਉਹਦੀ ਸਿਫਤ ਨੂੰ ਜਿੰਨੇ ਧਿਆਨ ਦੇ ਨਾਲ ਸੁਣ ਲਿਆ ਨਾ, ਸਮਝ ਲਓ ਕਹਿੰਦੇ ਨੇ ਉਹਨੂੰ 68 ਤੀਰਥਾਂ ਦੇ ਇਸ਼ਨਾਨ ਕਰਨ ਦੀ ਲੋੜ ਨਹੀਂ ਹੈ। ਗੁਰਮਤਿ ਦੇ ਵਿੱਚ ਕਿਸੇ ਵੀ ਇਸ਼ਨਾਨ ਦੀ ਜਿਹੜੀ ਹੈ ਉਹ ਕੋਈ ਮਹਾਨਤਾ ਨਹੀਂ ਹੈ ਜਿਹੜਾ ਕਰਮਕਾਂਡੀ ਇਸ਼ਨਾਨ ਹੈ। ਅੰਦਰ ਨੂੰ ਧੋਣਾ ਗੁਰੂ ਦੇ ਸ਼ਬਦ ਦੇ ਨਾਲ, ਅੰਤਰਗਤ ਤੀਰਥ ਮਲ ਨਾਓ, ਇਹੀ ਪ੍ਰਵਾਨ ਹੈ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ, ਅੰਤਰ ਗਿਆਨ ਹੈ। ਆਹ ਗੱਲ ਜਿਹੜੀ ਹੈ ਆਪਣੇ ਹਿਰਦੇ 'ਚ ਵਸਾ ਲੈਣੀ। ਕਹਿੰਦੇ ਮਹਾਰਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਸ ਪੌੜੀ ਦੇ ਰਾਹੀਂ, ਇਹਨਾਂ ਪੰਕਤੀਆਂ ਦੇ ਰਾਹੀਂ, ਕਿ ਜਿੰਨੇ ਸੁਣ ਲਿਆ ਨਾ ਤੇ ਸਮਝੋ ਉਹਦਾ 68 ਤੀਰਥਾਂ ਦਾ ਇਸ਼ਨਾਨ ਹੋ ਗਿਆ। ਰੱਬੀ ਗਿਆਨ ਦੇ ਧਾਰਨੀ ਹੋਣਾ, ਸੁਰਤ ਨੂੰ ਜੋੜਨਾ, ਪ੍ਰਭੂ ਦੇ ਨਾਮ ਦੇ ਵਿੱਚ ਆਪਣੇ ਮਨ ਨੂੰ ਲਗਾਉਣਾ ਹੀ 68 ਤੀਰਥਾਂ ਦਾ ਇਸ਼ਨਾਨ ਹੈ। ਕੋਈ ਹੋਰ ਇਹਦੇ ਬਾਰੇ ਸਤਿਗੁਰੂ ਨੇ ਨਹੀਂ ਬਚਨ ਕੀਤਾ। ਸੁਣਿਐ ਪੜ ਪੜ ਪਾਵਹਿ ਮਾਨ। ਜਿਹੜਾ ਵਾਹਿਗੁਰੂ ਦੇ ਨਾਮ ਦੇ ਵਿੱਚ ਸੁਰਤ ਜੋੜਦਾ ਹੈ, ਪੜ ਪੜ ਪਾਵਹਿ ਮਾਨ, ਉਹ ਇੱਜ਼ਤ ਤੇ ਉਹ ਸਤਿਕਾਰ ਉਸ ਨੂੰ ਪ੍ਰਾਪਤ ਹੁੰਦਾ ਹੈ। ਸੁਰਤ ਜੋੜਨ ਵਾਲੇ ਨੂੰ, ਸੁਣਨ ਵਾਲੇ ਨੂੰ ਜਿਹੜਾ ਮਾਣ ਸਤਿਕਾਰ ਇੱਕ ਪੜ੍ਹੇ ਲਿਖੇ ਇਨਸਾਨ ਨੂੰ ਪ੍ਰਾਪਤ ਹੁੰਦਾ ਹੈ। ਸਾਡੇ ਸਮਾਜ ਦੇ ਵਿੱਚ ਅਨਪੜ੍ਹ ਬੰਦੇ ਦੀ ਉਨੀ ਇੱਜ਼ਤ ਨਹੀਂ ਜਿੰਨੀ ਪੜ੍ਹੇ ਲਿਖੇ ਦੀ ਇੱਜ਼ਤ ਕੀਤੀ ਜਾਂਦੀ ਹੈ। 4 ਕਲਾਸਾਂ ਪੜ੍ਹਿਆ ਹੋਵੇ, ਕੋਈ ਐਮਏ ਹੋਵੇ, ਜਾਂ ਅੱਜ ਦੇ ਯੁੱਗ ਦੇ ਅਨੁਸਾਰ ਕੋਈ ਵਧੀਕ ਪੜ੍ਹਾਈ ਕੀਤੀ ਹੋਵੇ, ਕਿਸੇ ਖਾਸ ਵਿਸ਼ੇ ਦੇ ਉੱਪਰ ਸਟੱਡੀ ਕੀਤੀ ਹੋਵੇ, PhD ਕੀਤੀ ਹੋਵੇ, ਅਸੀਂ ਉਸ ਨੂੰ, ਉਸ ਬੰਦੇ ਨੂੰ ਬੜੇ ਅਦਬ ਤੇ ਸਤਿਕਾਰ ਦੀ ਨਿਗਾਹ ਦੇ ਨਾਲ ਦੇਖਦੇ ਹਾਂ, ਇੱਜ਼ਤ ਕਰਦੇ ਹਾਂ। ਸਮਾਜ ਦੇ ਵਿੱਚ ਉਹ ਜੀ ਇੱਜ਼ਤ ਹੁੰਦੀ ਹੈ।
ਸਤਿਗੁਰੂ ਕਹਿੰਦੇ ਨੇ ਅਧਿਆਤਮਿਕ ਜੀਵਨ ਦੇ ਵਿੱਚ ਜਿਸ ਨੇ ਆਪਣੀ ਸੁਰਤ ਨੂੰ ਪ੍ਰਮਾਤਮਾ ਦੇ ਨਾਲ ਜੋੜ ਲਿਆ, ਜਿਹਨੂੰ ਸੁਣਨ ਦੀ ਕਲਾ ਆ ਗਈ, ਉਹਨੂੰ ਉਹ ਮਾਣ ਸਤਿਕਾਰ ਜਿਹੜਾ ਹੈ, ਉਹ ਇੱਜ਼ਤ ਜਿਹੜੀ ਹੈ, ਜਿਹੜੀ ਪੜ੍ਹ ਪਾਵੇ ਮਾਨ ਵਾਲੀ ਹੈ, ਪੜ੍ਹਨ ਵਾਲੀ ਹੈ, ਪੜ੍ਹ ਕੇ ਪ੍ਰਾਪਤ ਕਰਨ ਵਾਲੀ ਹੈ, ਉਹ ਇੱਜ਼ਤ ਤੇ ਉਹ ਮਾਣ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਸੁਣਿਆ ਲਾਗੈ ਸਹਿਜ ਧਿਆਨ। ਮੈਂ ਇੱਕ ਫੇਰ ਵਿੱਚ ਬੇਨਤੀ ਕਰਦੇ ਹਾਂ, ਅਕਸਰ ਅਸੀਂ ਜਦੋਂ ਪਾਠ ਕਰਦੇ ਨਾ ਜਪਜੀ ਸਾਹਿਬ ਦਾ, ਇਹ ਬੜੇ ਧਿਆਨ ਦੇ ਨਾਲ ਪਾਠ ਕਰਨ ਵਾਲਾ ਹੈ। ਖਾਲੀ ਇਹੀ ਪਾਠ ਨਹੀਂ ਹੈ, ਮਹਾਰਾਜ ਦੀ ਬਾਣੀ ਦੀ ਕੋਈ ਵੀ ਅਸੀਂ ਪੜ੍ਹੀਏ, ਕੋਈ ਬਾਣੀ ਵੀ ਪੜ੍ਹੀਏ, ਗੁਰੂ ਗ੍ਰੰਥ ਸਾਹਿਬ ਦਾ ਸਾਜ ਪਾਠ ਕਰੀਏ, ਤੇ ਹਰ ਇੱਕ ਪੰਕਤੀ ਨੂੰ ਧਿਆਨ ਤਵੱਜੋ ਦੇ ਨਾਲ ਹੀ ਦੇ ਕੇ ਪੜ੍ਹਨਾ ਚਾਹੀਦਾ ਹੈ। ਇਹ ਮਨ ਦੇ ਵਿੱਚ ਬਿਠਾ ਕਰਕੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ, ਇਕਾਗਰਤਾ ਦੇ ਨਾਲ, ਇਹ ਇੱਕ ਮਨ ਇੱਕ ਚਿੱਤ ਭਾਏ ਦੇ ਅਨੁਸਾਰ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ, ਧਿਆਨ ਦੇ ਨਾਲ। ਲਗ ਮਾਤਰ ਦਾ ਕੀ ਉਚਾਰਨ ਹੈ, ਜਦੋਂ ਅਸੀਂ ਇੰਨਾ ਕੁ ਧਿਆਨ ਰੱਖ ਲਵਾਂਗੇ ਨਾ, ਫਿਰ ਸਾਡੇ ਪਾਠ ਕੀਤਾ ਹੋਇਆ ਜਿਹੜਾ ਹੈ, ਸਾਨੂੰ ਖੁਦ ਬਖੁਦ ਉਹਦੀ ਸਮਝ ਜਿਹੜੀ ਹੈ ਉਹ ਲੱਗਣ ਲੱਗ ਪਵੇਗੀ। ਉਹਦੇ ਵਾਸਤੇ ਕੋਈ ਵੱਖਰੇ ਕਿਸੇ ਗ੍ਰੰਥ ਪੁਸਤਕ ਨੂੰ ਪੜ੍ਹਨ ਦੀ ਜ਼ਰੂਰਤ ਨਹੀਂ ਰਹੇਗੀ। ਸਾਨੂੰ ਉਹਦੇ ਵਿੱਚੋਂ ਹੀ, ਸਾਡੇ ਪਾਠ ਦੇ ਵਿੱਚੋਂ ਹੀ ਸਾਨੂੰ ਸਮਝ ਸੋਝੀ ਆ ਜਾਵੇਗੀ। ਬਸ ਇੱਕ ਧਿਆਨ ਦੇਣ ਦੀ ਜ਼ਰੂਰਤ ਹੈ। ਅਕਸਰ ਇਸ ਪਾਠ ਨੂੰ ਸੁਣੀਏ ਕਹੀ ਜਾਂਦੇ ਨੇ, ਬਹੁਤੇ ਅਣਜਾਣ ਕਹਿ ਲਓ ਜਾਂ ਜਾਣ ਬੁੱਝ ਕੇ ਕਈ ਵਾਰ ਕਹਿ ਲਓ, ਜਾਂ ਤੇਜ਼ੀ ਦੇ ਨਾਲ ਪਾਠ ਕਰਨ ਦੀ ਜਿਹੜੀ ਹੈ ਵੀ ਬਸ ਖਤਮ ਕਰੀਏ ਹੁਣ ਅਸੀਂ। ਥੋੜ੍ਹਾ ਜਿਹਾ ਵੇਖੋ, 10-15 ਮਿੰਟ ਲਗਾ ਕਰਕੇ ਜੇ ਪਾਠ ਕਰ ਲਵਾਂਗੇ ਨਾ ਜਪਜੀ ਸਾਹਿਬ ਜੀ ਦਾ, ਤੇ ਸੱਚ ਜਾਣਿਓ ਇਹ ਜਪਜੀ ਸਾਹਿਬ ਅਥਾਹ ਖਜ਼ਾਨਾ ਹੈ, ਭੰਡਾਰਾ ਹੈ ਜੀਵਨ ਜੁਗਤ ਦਾ। ਇਹ ਸਮਝ ਲਓ ਕਿ ਇਹ ਉਹ ਬੇਸ ਹੈ ਜਿਹਦੇ ਉੱਪਰ ਸਿੱਖੀ ਕਾਇਮ ਹੈ। ਜਿਵੇਂ ਗਿਆਨੀ ਜੀ ਸਿੰਘ ਸਾਹਿਬ ਹੋਰਾਂ ਨੇ ਦੱਸਿਆ ਨਾ ਕਿ ਹਰ ਕਰਮ ਦੇ ਵਿੱਚ ਇਹ ਬਾਣੀ ਦਾ ਪਾਠ ਕੀਤਾ ਜਾਂਦਾ ਸੀ। ਮੇਰੇ ਮਨ ਦੇ ਵਿੱਚ ਆਇਆ, ਜਿੱਦਣ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਚਾਂਦਨੀ ਚੌਂਕ ਦੇ ਵਿੱਚ ਸ਼ਹੀਦੀ ਦੇਣ ਲੱਗੇ ਨਾ, ਤੇ ਇਹ ਸਾਡੀ ਇਤਿਹਾਸ ਅਸੀਂ ਸੁਣਦੇ ਆ ਰਹੇ ਹਾਂ ਕਿ ਉਦਣ ਵੀ ਮੇਰੇ ਮਾਲਕ ਨੇ ਜਪਜੀ ਸਾਹਿਬ ਦਾ ਹੀ ਪਾਠ ਕੀਤਾ ਸੀ। ਭਾਵੇਂ ਜੰਮਣ ਹੋਵੇ, ਮਰਨ ਹੋਵੇ, ਕਿਸੇ ਵੀ ਤਰ੍ਹਾਂ ਦਾ ਕੋਈ ਕਰਮ ਹੋਵੇ, ਜਪਜੀ ਸਾਹਿਬ ਦਾ ਪਾਠ ਇਤਿਹਾਸ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਜ਼ਿਕਰ ਆਉਂਦਾ ਹੈ। ਹਜ਼ੂਰ ਕਹਿੰਦੇ ਨੇ ਜਪਜੀ ਸਾਹਿਬ ਦਾ ਪਾਠ ਕਰੋ। ਇਸ ਕਰਕੇ ਥੋੜ੍ਹੀ ਜਿਹੀ ਤਵੱਜੋ ਧਿਆਨ ਦੇ ਨਾਲ, 2 ਮਿੰਟ ਵੱਧ ਲੱਗ ਜਾਣਗੇ ਕੋਈ ਫਰਕ ਨਹੀਂ ਜੇ ਪੈਂਦਾ। ਕਾਹਲੀ ਦੇ ਵਿੱਚ ਨਹੀਂ, ਪ੍ਰੇਮ ਦੇ ਨਾਲ, ਪਿਆਰ ਦੇ ਨਾਲ ਕਰਾਂਗੇ ਤੇ ਸਾਰੀ ਸਮਝ ਪੈ ਜਾਵੇਗੀ। ਇਹਨੂੰ ਸੁਣੀਏ ਨਹੀਂ ਪੜ੍ਹਨਾ। ਸੁਣਿਆ 2 ਲਾਵਾਂ ਨੇ, ਸੁਣਿਆ ਲਾਗੈ ਸਹਿਜ ਧਿਆਨ। ਸੁਣਨ ਦੇ ਨਾਲ, ਸੁਣਿਆ ਆਪਣੇ ਆਪ ਹੀ ਜਦੋਂ ਇਹ ਸ਼ਬਦ ਪੜ੍ਹੀਏ, ਉਚਾਰਨ ਕਰੀਏ ਤੇ ਇਹਦੀ ਸਮਝ ਆ ਜਾਂਦੀ ਹੈ, ਇਹਦੇ ਅਰਥ ਦਾ ਪਤਾ ਲੱਗ ਜਾਂਦਾ ਹੈ। ਸੁਣਨ ਦੇ ਨਾਲ ਲਾਗੇ ਸਹਿਜ ਧਿਆਨ, ਸਹਿਜ ਦੇ ਵਿੱਚ ਸੁਰਤ ਜੁੜ ਜਾਂਦੀ ਹੈ, ਅਡੋਲਤਾ ਦੇ ਵਿੱਚ ਟਿਕ ਜਾਈਦਾ ਹੈ। ਸਹਿਜ ਕੀ ਹੈ? ਸੁੱਤੇ ਸਿੱਧ ਅਵਸਥਾ, ਜਿਹਨੂੰ ਅਫੁਰ ਅਵਸਥਾ, ਚੌਥੀ ਅਵਸਥਾ ਆਖਦੇ ਨੇ। ਰਜ ਗੁਣ, ਤਮ ਗੁਣ, ਸਤ ਗੁਣ ਕਹੀਏ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਜਾਣੇ, ਤਿੰਨੀ ਪਰਮ ਪਦ ਪਾਇਆ। ਇਹ ਚੌਥੀ ਤੁਰਿਆ ਅਵਸਥਾ ਵੀ ਜਿਹਨੂੰ ਬਾਣੀ ਦੇ ਵਿੱਚ ਕਿਹਾ ਗਿਆ ਹੈ, ਇਹ ਉਹ ਪਰਮ ਪਦ ਦੀ ਅਵਸਥਾ ਹੈ। ਸੁਣਨ ਦੇ ਨਾਲ ਅਡੋਲਤਾ ਦੇ ਵਿੱਚ ਟਿਕ ਜਾਈਦਾ ਹੈ, ਧਿਆਨ ਜੁੜ ਜਾਂਦਾ ਹੈ। ਜੇ ਅਸੀਂ ਧਿਆਨ ਦੇ ਨਾਲ ਸੁਣਾਂਗੇ ਨਾ, ਤਵੱਜੋ ਦੇ ਕੇ ਆਪਣੇ ਇੰਦਰੀਆਂ ਨੂੰ, ਕੰਨਾਂ ਨੂੰ ਸ਼ਬਦ ਦੇ ਵਿੱਚ ਲਗਾ ਕੇ ਰੱਖਾਂਗੇ, ਮਨ ਨੂੰ ਸ਼ਬਦ ਦੇ ਵਿੱਚ ਜੋੜ ਕੇ ਰੱਖਾਂਗੇ, ਤੇ ਇੱਕ ਵੀ ਅੱਖਰ ਗੁਰੂ ਦਾ, ਇੱਕ ਵੀ ਸ਼ਬਦ ਜਿਹੜਾ ਹੈ ਉਹ ਵਿਅਰਥ ਨਹੀਂ ਜਾਵੇਗਾ। ਸਾਨੂੰ ਇੱਕ ਗੱਲ ਦੀ ਸਮਝ ਆ ਜਾਵੇਗੀ। ਤੇ ਪਾਤਸ਼ਾਹ ਕਹਿੰਦੇ ਨੇ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ।
ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਸੁਣਨ ਦੇ ਨਾਲ। ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਇਸ ਪੂਰੀ ਪੌੜੀ ਦੀ ਗੱਲ ਕਰੀਏ ਤੇ ਹਜ਼ੂਰ ਕਹਿੰਦੇ ਨੇ ਸੁਣਨ ਦੇ ਨਾਲ ਦਾਨੀ ਸੁਭਾਅ ਬਣ ਜਾਂਦਾ ਹੈ। ਧਿਆਨ ਦੇ ਨਾਲ ਸੁਣੋਗੇ ਨਾ। ਅੱਜ ਤੱਕ ਜਿੰਨਿਆਂ ਨੇ ਅਸੀਂ ਸੇਵਾ ਦੀ ਗੱਲ ਕਰ ਰਹੇ ਗੁਰੂ ਅਮਰਦਾਸ ਮਹਾਰਾਜ ਜੀ ਦੇ, ਕਿੰਨੀ ਵੱਡੀ ਘਾਲਣਾ। ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ। ਸੁਰਤ ਸੀ ਨਾ, ਗਿਆਨ ਸੀ। ਧਿਆਨ ਦੇ ਨਾਲ ਸ਼ਬਦ ਨੂੰ ਸੁਣਿਆ, ਗੁਰੂ ਦੇ ਚਰਨਾਂ ਦੇ ਵਿੱਚ ਰਹਿ ਕਰਕੇ ਜੇ ਥਾਂ ਪ੍ਰਾਪਤ ਕੀਤੀ ਨਾ, ਆਖਿਆ ਮੈਨੂੰ ਥਾਂ ਦੇ ਦਿਓ ਆਪਣੇ ਦਰ ਵਿੱਚ, ਆਪਣੇ ਦਰਬਾਰ ਵਿੱਚ, ਆਪਣੀ ਸੰਗਤ ਦੇ ਵਿੱਚ, ਆਪਣੇ ਘਰ ਦੇ ਵਿੱਚ। ਉਹ ਕਾਹਦੇ ਵਾਸਤੇ ਥਾਂ ਮੱਲੀ, ਕਾਹਦੇ ਵਾਸਤੇ ਥਾਂ ਲਈ? ਕੋਈ ਵਿਖਾਵੇ ਵਾਸਤੇ ਨਹੀਂ। ਵੀ ਲੋਕੀ ਮੈਨੂੰ ਕਹਿਣ ਵੇਖੋ ਜੀ ਇਹ ਗੁਰੂ ਘਰ ਦੇ ਵਿੱਚ ਬੜਾ ਵੱਡਾ ਸੇਵਾਦਾਰ ਹੈ, ਕੋਈ ਮੈਂ ਆਖਾਂ ਜਾਂ ਕੋਈ ਵੀ ਕਹਿ ਦੇਵੇ ਗੁਰੂ ਘਰ ਦੇ ਵਿੱਚ ਜਿਹਦਾ ਸੰਬੰਧ ਗੁਰੂ ਘਰ ਦੇ ਨਾਲ ਹੋਵੇ, ਇਸ ਵਾਸਤੇ, ਕੋਈ ਵਿਖਾਵੇ ਵਾਸਤੇ ਨਹੀਂ। ਉਹ ਸਿੱਖਣ ਵਾਸਤੇ ਆਏ ਸਨ। ਉਹ ਜਿਹੜੀ ਘਾਟ, ਜਿਹੜੀ ਕਿਤਨੀ ਜ਼ਿੰਦਗੀ 60 ਸਾਲ 70 ਸਾਲ ਤੱਕ ਜਿਹੜੀ ਬਤੀਤ ਕੀਤੀ ਸੀ, ਉਹ ਜਿਹੜਾ ਅੰਦਰ ਖਲਾਅ ਸੀ ਉਹ ਟੁੰਬ ਰਿਹਾ ਸੀ, ਉਹ ਲੈ ਕੇ ਆਇਆ ਗੁਰੂ ਦੇ ਚਰਨਾਂ ਦੇ ਵਿੱਚ। ਉਹਨੂੰ ਪੂਰਿਆਂ ਕਰਨ ਵਾਸਤੇ ਬੜੇ ਧਿਆਨ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਰਹਿ ਕੇ ਹਾਜ਼ਰੀ ਦਿੰਦੇ ਨੇ, ਸ਼ਬਦ ਸੁਣਦੇ ਨੇ, ਬਾਣੀ ਸੁਣਦੇ ਨੇ, ਗੁਰੂ ਦਾ ਉਪਦੇਸ਼ ਸੁਣਦੇ ਨੇ। ਐਵੇਂ ਨਹੀਂ ਉਹਨਾਂ ਦੇ ਮੁਖ ਦੇ ਵਿੱਚੋਂ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਇਹ ਸ਼ਬਦ ਨਿਕਲਦੇ ਨੇ। ਉਸ ਬਾਣੀ ਨੇ ਜੀਵਨ ਬਦਲ ਦਿੱਤਾ। ਉਸ ਬਾਣੀ ਨੇ ਉਸ ਸ਼ਬਦ ਨੂੰ ਜਿਹਨੂੰ ਸੁਣਿਆ, ਉਸ ਉਪਦੇਸ਼ ਨੂੰ ਇੰਨੇ ਧਿਆਨ ਦੇ ਨਾਲ ਸੁਣਿਆ, ਪਰ ਉਪਕਾਰ ਵਾਲੀ ਅਵਸਥਾ ਅੰਦਰ ਬਣ ਗਈ। ਸੁਣਿਆ ਸਤ ਸੰਤੋਖ ਗਿਆਨ, ਸਤ ਪੈਦਾ ਹੋਇਆ, ਦਾਨੀ ਸੁਭਾਅ ਪੈਦਾ ਹੋਇਆ। ਔਰ ਫਿਰ ਗੁਰਤਾ ਗੱਦੀ ਦੇ ਉੱਪਰ ਬੈਠੇ। ਤੇ ਐਸਾ ਨਹੀਂ ਹੈ ਕਿ ਮਹਾਰਾਜ ਨੇ ਇਹ ਵਡਿਆਈਆਂ ਜਿਹੜੀਆਂ ਸਨ ਉਹਨਾਂ ਦੇ ਨਾਮ ਦੇ ਨਾਲ ਜੋੜ ਦਿੱਤੀਆਂ, ਬਸ ਇੱਕ ਮਹਿਜ ਇੱਕ ਕਥਨੀ ਹੀ ਸੀ। ਨਹੀਂ, ਉਹਨਾਂ ਦਾ ਇਤਿਹਾਸ ਪੜ੍ਹ ਕੇ ਦੇਖੋ। ਇਤਿਹਾਸ ਦੇ ਵਿੱਚ ਉਹਨਾਂ ਦੇ ਚਰਨਾਂ ਦੇ ਵਿੱਚ ਕੋਈ ਨਥਾਵਾਂ ਆ ਗਿਆ, ਕੋਈ ਨਿਮਾਣਾ ਆ ਗਿਆ, ਜਿਹਨੂੰ ਘਰ ਨਹੀਂ ਸੀ, ਜਿਹਦਾ ਮਾਂ ਬਾਪ ਨਹੀਂ ਸੀ, ਉਹਨੂੰ ਮਾਂ ਬਾਪ ਵਾਲਾ ਪਿਆਰ ਦਿੱਤਾ। ਇੱਕ ਪ੍ਰੇਮਾ ਨਾਮ ਦਾ ਕੋੜੀ ਆ ਗਿਆ, ਜਿਹਦੇ ਕੋਲੋਂ ਤੁਰਿਆ ਨਹੀਂ ਸੀ ਜਾਂਦਾ, ਚੱਲਿਆ ਨਹੀਂ ਸੀ ਜਾਂਦਾ, ਕਿਸਰ ਕਿਸਰ ਕੇ ਦਰਬਾਰ ਤੱਕ ਪਹੁੰਚ ਗਿਆ। ਮੇਰੇ ਵਰਗੇ ਕਿਸੇ ਚੌਧਰੀ ਨੇ ਕਹਿ ਦਿੱਤਾ ਤੂੰ ਕੋੜੀ ਹੈ, ਤੇਰਾ ਸਰੀਰ ਕੋੜ ਦੇ ਨਾਲ ਭਰਿਆ, ਅੰਦਰ ਨਹੀਂ ਜਾ ਸਕਦਾ। ਅਸੀਂ ਬੜੇ ਸਿਆਣੇ ਬਣਦੇ ਨਾ, ਕਈ ਵਾਰ ਗੁਰੂ ਨਾਲੋਂ ਵੀ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਸਾਨੂੰ ਪਤਾ ਵੀ ਨਹੀਂ ਹੁੰਦਾ। ਕਹਿਣ ਲੱਗੇ ਤੂੰ ਨਹੀਂ ਜਾ ਸਕਦਾ, ਰੁਕ ਗਿਆ। ਉੱਥੇ ਹੀ ਬੈਠ ਕਰਕੇ ਮਨ ਦੇ ਵਿੱਚ ਭਾਵਨਾ ਸੀ, ਜਿੱਦਾਂ ਧਰਨਾ ਮਾਰ ਕੇ ਬੈਠ ਜਾਈਦਾ ਨਾ ਗੁਰੂ ਦੇ ਦਰਬਾਰ ਦੇ ਅੱਗੇ। ਕਹਿਣ ਲੱਗਾ ਜਾਂ ਤੇ ਇਸ ਮੇਰੀ ਇੱਥੋਂ ਲਾਸ਼ ਜਾਵੇਗੀ ਤੇ ਜਾਂ ਫਿਰ ਸਤਿਗੁਰੂ ਮੈਨੂੰ ਅੰਦਰ ਬੁਲਾਉਣਗੇ। ਆਹ ਗੱਲ ਮਨ ਦੇ ਵਿੱਚ ਧਾਰਨ ਕਰ ਲਈ। ਗੁਰੂ ਤੇ ਗਸ਼ ਖਾ ਕਰਕੇ ਨਾ ਕਹਿੰਦੇ ਡਿੱਗ ਪਿਆ, ਬੇਹੋਸ਼ ਹੋ ਗਿਆ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿਣ ਲੱਗੇ ਜਾਓ ਉਸ ਨੂੰ ਪ੍ਰੇਮ ਕੁੱਠੇ ਹੋਏ ਨੂੰ ਅੰਦਰ ਲੈ ਕੇ ਆਓ, ਜਿੱਥੇ ਅਸੀਂ ਇਸ਼ਨਾਨ ਕਰਦੇ ਹਾਂ ਉੱਥੇ ਇਸ਼ਨਾਨ ਕਰਾਓ, ਤੇ ਬਸਤਰ ਪਾ ਕੇ, ਸੋਹਣੇ ਬਸਤਰ ਪਵਾ ਕੇ ਦਰਬਾਰ ਦੇ ਵਿੱਚ ਲੈ ਆਓ। ਨਵਾ ਧਵਾ ਕੇ ਦਰਬਾਰ ਦੇ ਵਿੱਚ ਲੈ ਆਏ ਉਸ ਨੂੰ। ਹਜ਼ੂਰ ਨੇ ਕਿਰਪਾ ਕੀਤੀ, ਨੌਜਵਾਨ ਸੀ, ਕੋੜ ਵੀ ਦੂਰ ਕੀਤਾ ਆਪਣੀ ਬਖਸ਼ਿਸ਼ ਕਿਰਪਾ ਦੇ ਨਾਲ। ਤੇ ਦਰਬਾਰ ਦੇ ਵਿੱਚ ਸੇਵਾ ਕਰਦਿਆਂ ਕਰਦਿਆਂ ਆਖਿਆ ਕਿ ਇਹ ਜਵਾਨ ਬੱਚਾ ਹੈ, ਕੋਈ ਆਪਣੀ ਬੱਚੀ ਦਾ ਰਿਸ਼ਤਾ ਦੇਵੇ। ਭਾਈ ਉੱਪਲ ਸੀ ਉਹਦਾ ਨਾਮ, ਗੁਰੂ ਕਾ ਸਿੱਖ, ਹਜ਼ੂਰ ਦੇ ਦਰਬਾਰ ਬੈਠਾ ਸੀ। ਉਹਦੀ ਧੀ ਜਿਹੜੀ ਸੀ ਉਹ ਵਿਚਾਰੀ ਸਿੱਧਰੀ ਸੀ। ਉਹਨੇ ਸੋਚਿਆ ਵੀ ਚਲੋ ਮਹਾਰਾਜ ਨੇ ਆਖਿਆ, ਬਚਨ ਵੀ ਪੂਰਾ ਹੋ ਗਿਆ, ਮੇਰੀ ਬੱਚੀ ਵੀ ਜਿਹੜੀ ਹੈ ਗੁਰੂ ਦੇ ਬਚਨਾਂ ਦੇ ਨਾਲ ਸੁਖੀ ਰਵੇਗੀ। ਉਹ ਉੱਠ ਕੇ ਕਹਿਣ ਲੱਗਾ ਮੇਰੀ ਧੀ ਦਾ ਰਿਸ਼ਤਾ ਕਰ ਦਿਓ। ਉਹਦੀ ਘਰਵਾਲੀ ਸੇਵਾ ਕਰ ਰਹੀ ਸੀ, ਲੰਗਰਾਂ ਦੀ ਸੇਵਾ, ਲੰਗਰਾਂ ਦੇ ਵਿੱਚ। ਉਹਨੂੰ ਪਤਾ ਲੱਗਾ, ਕਿਸੇ ਨੇ ਦੱਸਿਆ ਕਿ ਤੇਰੀ ਬੱਚੀ ਦਾ ਰਿਸ਼ਤਾ
ਇੱਕ ਕੋੜੀ ਜਿਹੜਾ ਆਇਆ ਸੀ ਨਾ ਮਹਾਰਾਜ ਦੇ ਦਰ ਦੇ ਉੱਪਰ, ਉਹਦੇ ਨਾਲ ਕਰ ਦਿੱਤਾ ਹੈ। ਉਹ ਭੱਜੀ ਭੱਜੀ ਆਈ, ਕਹਿਣ ਲੱਗੀ ਮਹਾਰਾਜ ਨਾ ਇਹਦਾ ਪਿਤਾ, ਨਾ ਇਹਦਾ ਮਾਤਾ, ਨਾ ਇਹਦਾ ਖਾਨਦਾਨ, ਤੁਸੀਂ ਮੇਰੀ ਧੀ ਦਾ ਰਿਸ਼ਤਾ ਕਰਤਾ। ਹਜ਼ੂਰ ਕਹਿਣ ਲੱਗੇ ਤੂੰ ਖਾਨਦਾਨ ਪੁੱਛਦੀ ਹੈ ਨਾ, ਮਾਂ ਬਾਪ ਪੁੱਛਦੀ ਹੈ, ਅੱਜ ਤੋਂ ਸਮਝੀ ਕਿ ਇਹ ਗੁਰੂ ਅਮਰਦਾਸ ਦਾ ਪੁੱਤਰ ਹੈ। ਇਹ ਗੁਰੂ ਅਮਰਦਾਸ ਮੇਰਾ ਖਾਨਦਾਨ, ਇਹਦਾ ਖਾਨਦਾਨ। ਇੱਦਾਂ ਦੇ ਨਿਥਾਵਿਆਂ ਨੂੰ ਥਾਂ ਦੇਣ ਵਾਲੇ ਸਨ, ਇੱਦਾਂ ਦੇ ਨਿਮਾਣਿਆਂ ਦੇ ਮਾਣ ਸਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ। ਜਿਹਦਾ ਕੋਈ ਨਹੀਂ ਉਹਨੂੰ ਆਪਣਾ ਪੁੱਤਰ ਬਣਾ ਲਿਆ। ਤੇ ਫਿਰ ਮੱਥੋ ਮੁਰਾਰੀ ਵਾਲੀ ਬਖਸ਼ਿਸ਼ ਕੀਤੀ, ਮੰਜੀਆਂ ਸਥਾਪਨ ਕੀਤੀਆਂ, ਬੌਲੀ ਸਾਹਿਬ ਦੀ ਸਥਾਪਨਾ ਕੀਤੀ। ਇਹ ਬਖਸ਼ਿਸ਼ਾਂ ਨੇ ਸਤੀ ਪ੍ਰਥਾ ਵਰਗੀਆਂ ਜਿਹੜੀਆਂ ਕੁਪ੍ਰਥਾਵਾਂ ਸਮਾਜ ਵਿੱਚ ਪ੍ਰਚਲਿਤ ਸਨ, ਉਹਨਾਂ ਨੂੰ ਦੂਰ ਕੀਤਾ। ਹਜ਼ੂਰ ਸੱਚੇ ਪਾਤਸ਼ਾਹ ਪੰਗਤ ਸੰਗਤ ਦਾ ਜਿਹੜਾ ਮਹਾਨ ਵਿਰਸਾ ਹੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਉਹਦੇ ਮਾਲਕ ਨੇ। ਜਿਸ ਪੰਗਤ ਦੇ ਵਿੱਚ ਸਮੇਂ ਦਾ ਬਾਦਸ਼ਾਹ ਜਿਹੜਾ ਸੀ ਅਕਬਰ ਵੀ ਆ ਕੇ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕ ਕੇ ਗਿਆ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਤੇ ਕਿਰਪਾ ਕਰਨ, ਆਪਣੇ ਵਰਗੇ ਸਦ ਗੁਣ, ਬਖਸ਼ਿਸ਼ਾਂ, ਸੇਵਾ, ਸਿਮਰਨ, ਇਹ ਦਾਤਾਂ ਸਾਡੀ ਝੋਲੀ ਵਿੱਚ ਪਾਉਣ। ਬਾਣੀ ਤੇ ਬਾਣੇ ਦੇ ਧਾਰਨੀ ਬਣ ਕੇ ਆਪਣਾ ਜੀਵਨ ਸਫਲਾ ਕਰੀਏ। ਗੁਰੂ ਅਮਰਦਾਸ ਪਰਸੀਏ ਪੁੰਮ ਪਾਤਕ ਬਿਨਾਸੇ। ਬੜੀ ਮਹਿਮਾ ਹੈ। ਤੇ ਪਾਤਸ਼ਾਹ ਭੱਟਾ ਨੇ ਆਖਿਆ ਹੈ ਕਿ ਜਿਤਨੇ ਫਲ ਹਨ ਗੁਰੂ ਅਮਰਦਾਸ ਮਹਾਰਾਜ ਜੀ ਜਾਲਪਾ ਪਦਾਰਥ ਇਤੜੇ, ਗੁਰੂ ਅਮਰਦਾਸ ਡਿੱਠੇ ਮਿਲੇ ਵਾਲੀ ਕਿਰਪਾ ਹੁੰਦੀ ਹੈ। ਤੋ ਵਿਚਾਰਾਂ ਕਰਦਿਆਂ ਭੁੱਲਾਂ ਦੀ ਖਿਮਾ ਬਖਸ਼ਣੀ, ਬਾਦ ਘਾਟ ਸ਼ਬਦ ਅਲਪੱਗ ਸਮਝ ਕੇ, ਨਾ ਚੀਜ਼ ਸਮਝ ਕੇ ਖਿਮਾ ਕਰਨਾ। ਸਤਿਗੁਰੂ ਮਹਾਰਾਜ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਬਖਸ਼ ਲੈਣਾ ਭੁੱਲਾਂ ਨਾ ਚਿਤਾਰਨੀਆਂ। ਗੁਰੂ ਦੀ ਬਾਣੀ ਉਪਦੇਸ਼ ਸਿੱਖਿਆ, ਗੁਰੂ ਅਮਰਦਾਸ ਮਹਾਰਾਜ ਜੀ ਦਾ ਜੀਵਨ ਇੱਦਾਂ ਦਾ ਬਣ ਜਾਵੇ, ਪੱਲੇ ਲੱਗ ਜਾਈਏ ਗੁਰੂ ਦੇ, ਇਹ ਆਪਣੇ ਪੱਲੇ ਪਾ ਲੈਣਾ। ਭੁੱਲਾਂ ਦੀ ਖਿਮਾ ਬਖਸ਼ਣੀ। ਸਾਰੀਆਂ ਸੰਗਤਾਂ ਨੂੰ ਫਿਰ ਤੋਂ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਨੇ। ਫਤਿਹ ਦੀ ਸਾਂਝ ਗੱਜ ਵੱਜ ਕੇ ਕਰੋ। ਵਾਹਿਗੁਰੂ ਜੀ ਕਾ ਖਾਲਸਾ।